ਸਤਨਾਮ ਵਾਹਿਗੁਰੂ ਜੀਓ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਪ੍ਰਤਪਾਲੈ ਨਿਤ ਸਾਰ ਸੰਭਾਲੈ, ਇਕ ਗੁਣ ਨਹੀਂ ਮੂਰਖ ਜਾਤਾ ਰੇ। ਤੂੰ ਸਮਰਾਟ ਅਕਾਚ ਅਗੋਚਰ, ਜਿਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ। ਨਾਨਕ ਕੀ ਅਰਦਾਸ। ਚੁੱਕੋ ਚੁੱਕ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਮਹਾਨ ਬਖਸ਼ਿਸ਼ ਨੂੰ ਸਤਿਗੁਰਾਂ ਦੀ ਮਿਹਰ ਨਾਲ ਰਲ ਮਿਲ ਕੇ ਆਪਾਂ ਮਾਣਦੇ ਹਾਂ। ਆਓ ਅੱਜ ਵੀ ਉਸ ਮਹਾਨ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਸਤਿਗੁਰੂ ਜੀ ਕੇ ਸ਼ਬਦ ਨੂੰ ਸੁਰਤੀ ਵਿੱਚ ਲਿਆ ਕੇ ਉਹਨਾਂ ਦਾ ਸ਼ਬਦ ਹੀ ਸਤਿਗੁਰਾਂ ਦੇ ਚਰਨ ਹਨ। ਨਮਸਕਾਰ ਕਰੀਏ ਅਤੇ ਜਿਨ੍ਹਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅੰਤਾਂ ਦਾ ਪਿਆਰ ਕਰਕੇ ਜ਼ਿੰਦਗੀ ਵਿੱਚ ਹੰਢਾਇਆ, ਉਹਨਾਂ ਦੀ ਮਹਾਨ ਪਵਿੱਤਰ ਸਤਿਪੁਰਸ਼ਾਂ ਦੀ ਗਾਥਾ ਸਾਂਝੀ ਕਰੀਏ। ਗੁਰੂ ਬਖਸ਼ੀ ਫਤਿਹ ਬੁਲਾਓ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਕ ਉਸ ਮਹਾਨ ਪੁਰਖ ਦੇ ਦਰਸ਼ਨ ਕਰਾਂਗੇ ਜਿਨ੍ਹਾਂ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ 70 ਸਾਲ ਲਗਾਤਾਰ ਆਪਣੇ ਦਰ 'ਤੇ ਬੈਠ ਕੇ ਕੀਰਤਨ ਦੀ ਸੇਵਾ ਬਖਸ਼ਿਸ਼ ਕੀਤੀ ਸੀ। ਉਹ ਹਨ ਸਤਿਕਾਰਯੋਗ ਸੰਤ ਬਾਬਾ ਸ਼ਾਮ ਸਿੰਘ ਜੀ, ਆਟਾ ਮੰਡੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ। ਬਾਬਾ ਜੀ ਦਾ ਜੀਵਨ ਕੁਝ ਇਹੋ ਜਿਹਾ, ਉਹਨਾਂ ਦੇ ਜੀਵਨ ਦੀ ਹਰ ਘਟਨਾ 'ਚੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਹਾਨਤਾ ਫੁੱਟ ਫੁੱਟ ਕੇ ਪੈਂਦੀ ਹੈ, ਅਤੇ ਦੂਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਨੂੰ ਕਿਵੇਂ ਮਾਣੀਦਾ ਹੈ ਅਤੇ ਕਿਵੇਂ ਉਹ ਵਰਤਦੀਆਂ ਨੇ, ਉਹਨਾਂ ਦੀਆਂ ਮਹਾਨ ਬਖਸ਼ਾਂ ਦਾ ਗਿਆਨ ਹੁੰਦਾ ਹੈ। ਸਤਿਕਾਰਯੋਗ ਸੰਤ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ, ਇਹਨਾਂ ਦਾ 1803 ਈਸਵੀ ਨੂੰ ਸ਼ਾਹਪੁਰ ਸ਼ਹਿਰ ਸਤਿਕਾਰਯੋਗ ਭਾਈ ਦਰਬਾਰੀ ਜੀ ਅਤੇ ਮਾਤਾ ਕਿਸ਼ਨ ਦੇਈ ਦੇ ਘਰ ਹੁੰਦਾ ਹੈ। ਤਾਂ ਸਤਿਗੁਰਾਂ ਦੀ ਕਿਰਪਾ ਨਾਲ ਇਹਨਾਂ ਨੇ 23 ਅਪ੍ਰੈਲ 1926 ਵਿੱਚ ਉਹ ਆਪਣਾ ਚੋਲਾ ਬਦਲਦੇ ਨੇ। ਬਹੁਤ ਲੰਬਾ ਸਮਾਂ ਹੈ, ਲਗਭਗ 123 ਸਾਲ ਦਾ ਸਮਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ। ਪਰ ਨਿਰੰਕਾਰ ਦੀ ਕੁਝ ਖੇਡ ਇਹੋ ਜਿਹੀ ਸੀ, ਜਦੋਂ ਸ਼ੁਰੂਆਤ ਕੀਤੀ ਉਹਨੇ, ਨਿਰੰਕਾਰ ਨੇ ਅੰਤਾਂ ਦੇ ਗਰੀਬ ਪਰਿਵਾਰ ਵਿੱਚ ਜਨਮ ਦਿੱਤਾ ਹੈ। ਪਿਤਾ ਚੜ੍ਹਾਈ ਕਰ ਗਏ, ਇੱਕ ਹੋਰ ਵੀਰ ਸੀ, 2 ਭਰਾ ਨੇ। ਮਾਂ ਕੋਲ ਇਹਨਾਂ ਨੂੰ ਰੁਜ਼ਗਾਰ ਦੇਣ ਲਈ, ਰੋਟੀ ਪਾਣੀ ਦੇਣ ਲਈ ਘਰ ਵਿੱਚ ਉਹਨਾਂ ਗੁਜ਼ਾਰਾ ਨਹੀਂ ਹੈ। 5 ਸਾਲ
ਦੇ ਜਦੋਂ ਬਾਬਾ ਜੀ ਖੋਏ ਤੇ ਮਾਂ ਨੇ ਔਖੇ ਸੌਖੇ ਹੋ ਕੇ ਪਾਲਿਆ ਜ਼ਰੂਰ, ਪਰ ਸਦਾ ਹੀ ਬੱਚਿਆਂ ਨੂੰ ਥੁੜ ਰਹਿੰਦੀ ਸੀ ਪਰਿਵਾਰ ਨੂੰ ਰੋਟੀ ਪਾਣੀ ਦੀ। ਰੱਬ ਨੇ ਸਬੱਬ ਬਣਾਇਆ ਸੀ। ਸੇਵਾ ਪੰਥੀ ਮਹਾਂਪੁਰਖਾਂ 'ਚੋਂ ਬਾਬਾ ਸਹਾਈ ਸਿੰਘ ਜੀ ਖੋਏ ਨੇ। ਉਹਨਾਂ ਦੇ ਅੱਗੋਂ ਉੱਤਰਾਧਿਕਾਰੀ ਬਹੁਤ ਹੀ ਸਤਿਕਾਰਯੋਗ ਸੰਤ ਸ੍ਰੀ ਰਾਮ ਸਿੰਘ ਜੀ ਉਹ ਹੋਏ ਨੇ ਸ਼ਾਹਪੁਰ ਵਾਲੇ। ਇਹ ਸਤਿਕਾਰਯੋਗ ਭਾਈ ਕਨਈਆ ਜੀ ਦੀ ਸੰਪਰਦਾ ਤੋਂ ਅੱਗੋਂ ਬਖਸ਼ਾਂ ਜਿਹੜੀਆਂ ਤੁਰੀਆਂ ਆ ਰਹੀਆਂ ਸਨ ਉਹਦੇ ਨਾਲ ਸੰਬੰਧਿਤ ਸਨ, ਕਿਉਂਕਿ ਭਾਈ ਕਨਈਆ ਜੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਦੀਆਂ ਬੇਅੰਤ ਬਖਸ਼ਾਂ ਲਈਆਂ ਸੀ। ਉਹਨਾਂ ਤੋਂ ਬਖਸ਼ਿਸ਼ ਭਾਈ ਸੇਵਾ ਰਾਮ ਜੀ ਨੇ ਤੇ ਉਹਨਾਂ ਤੋਂ ਅੱਗੇ ਭਾਈ ਅੱਡਣ ਸ਼ਾਹ ਨੇ। ਜਿੱਥੇ ਭਾਈ ਕਨਈਆ ਜੀ ਦੇ ਨਾਮ ਨਾਲ ਅਨੇਕਾਂ ਧਰਮਸ਼ਾਲਾ ਬਣੀਆਂ ਤੇ ਸਤਿਗੁਰੂ ਦੇ ਪਿਆਰੇ ਨਿਵਾਜੇ ਗਏ, ਉੱਥੇ ਭਾਈ ਅੱਡਣ ਸ਼ਾਹ ਦੀ ਕਮਾਈ ਵੀ ਬਹੁਤ ਜ਼ਿਆਦਾ ਹੋਣ ਕਾਰਨ ਸੇਵਾ ਪੰਥੀਆਂ ਦਾ ਨਾਮ ਅੱਡਣ ਸ਼ਾਹੀ ਪੰਥੀ ਵੀ ਪਿਆ। ਪਿਆਰਿਓ, ਉਸੇ ਤਰ੍ਹਾਂ ਅੱਗੇ ਚੱਲਦੇ ਆਏ, ਪਰ ਇਹ ਕਮਾਈ ਵਾਲੇ ਮਹਾਂਪੁਰਸ਼ ਸੰਤ ਸ੍ਰੀ ਰਾਮ ਸਿੰਘ ਜੀ ਇਹ ਵੱਖ-ਵੱਖ ਪਹਿਲਾਂ ਤਾਂ ਇਕੱਲੇ ਸਨ, ਫਿਰ ਹੌਲੀ-ਹੌਲੀ ਨਾਲ ਕੁਝ ਪ੍ਰੇਮੀ ਜੁੜਦੇ ਗਏ। ਇਹ ਫਿਰ ਜਗ੍ਹਾ ਜਗ੍ਹਾ ਤੁਰ ਫਿਰ ਕੇ ਸਿੱਖੀ ਦਾ ਪ੍ਰਚਾਰ ਕਰਦੇ ਸਨ। ਇੱਕ ਵਾਰੀ ਇੱਧਰ ਸ਼ਾਹਪੁਰ ਦੇ ਇਲਾਕੇ ਵਿੱਚ ਆਏ ਹੋਏ ਸੀ, ਕਈ ਚਿਰ ਰਹਿੰਦੇ ਸੀ, ਕਈ ਵਾਰ ਮਹੀਨਾ 2-2 ਮਹੀਨੇ ਵੀ ਦੀਵਾਨ ਲੱਗਣੇ, ਸੰਗਤਾਂ ਨੂੰ ਜੋੜਨਾ ਸਤਿਗੁਰੂ ਜੀ ਦੇ ਚਰਨਾਂ ਨਾਲ ਕੀਰਤਨ ਕਥਾ ਦੇ ਰਾਹੀਂ ਮਰਿਆਦਾ ਵਿੱਚ ਰਹਿ ਕੇ ਪੰਥ ਨਾਲ ਤੇ ਸਤਿਗੁਰੂ ਨਾਲ ਜੋੜਦੇ ਸਨ। ਜਦੋਂ ਨਾ ਇਸ ਵਾਰੀ ਆਏ ਤੇ ਬਾਬਾ ਸ਼ਾਮ ਸਿੰਘ ਜੀ ਖੁਰਾਂ ਦੀ ਮਾਤਾ ਜੀ ਮਾਤਾ ਕਿਸ਼ਨ ਦੇਈ ਬੱਚੇ ਨੂੰ ਲੈ ਕੇ ਮਹਾਂਪੁਰਸ਼ਾਂ ਕੋਲ ਬੇਨਤੀ ਕਰਦੀ, ਜੀਓ ਮੈਂ ਚਾਹੁੰਦੀ ਹਾਂ ਇਸ ਬੱਚੇ ਦੀ ਪਰਵਰਿਸ਼ ਤੁਸੀਂ ਕਰ ਦਿਓ। ਕਹਿਣ ਲੱਗੇ ਛੋਟਾ ਅਸੀਂ ਇਹਨੂੰ ਕਿਵੇਂ ਰੱਖਾਂਗੇ, ਨਾਲ ਰਹਿਣ ਵਾਲੇ ਸੇਵਾਦਾਰ ਵੱਡੀ ਉਮਰਾਂ ਦੇ ਨੇ, ਕੌਣ ਸੰਭਾਲੇਗਾ ਇਸ ਨੂੰ। ਕਹਿਣ ਲੱਗੀ ਮੈਂ ਨਹੀਂ ਜਾਣਦੀ ਇਸ ਗੱਲ ਨੂੰ, ਜੇ ਘਰ ਵਿੱਚ ਰੱਖਾਂਗੀ ਤੇ ਪੁੱਤਰ ਰੋਟੀ ਪਾਣੀ ਦੇ ਦੁੱਖ ਤੋਂ ਹੋ ਸਕਦਾ ਮੌਤ ਦੇ ਮੂੰਹ ਵਿੱਚ ਪੈ ਜਾਵੇ। ਇੱਕ ਪੁੱਤਰ ਨੂੰ ਮੈਂ ਜਿਵੇਂ ਕਿਵੇਂ ਪਾਲਾਂਗੀ ਤੇ ਇੱਕ ਪੁੱਤਰ ਨੂੰ ਤੁਸੀਂ ਰੱਖੋ, ਮੇਰੀ ਬੇਨਤੀ ਹੈ। ਬੜਾ ਤਰਲਾ ਲੈ ਕੇ ਰੋ ਕੇ ਇਸ ਨੇ ਅਤ ਨਿਮਰਤਾ ਨਾਲ ਜਦੋਂ ਬੇਨਤੀ ਕੀਤੀ ਤੇ ਮਹਾਂਪੁਰਸ਼ਾਂ ਦਾ ਅੰਦਰ ਦਰਵ ਗਿਆ। ਕਹਿਣ ਲੱਗੇ ਅੱਛਾ ਵਿਸ਼ਵੰਭਰ ਹੈ, ਸਾਰਿਆਂ ਨੂੰ ਰੋਜੀ ਰੋਟੀ ਉਹਨੇ ਦੇਣੀ ਏ। ਮਾਈ ਜੇ ਤੇਰੀ ਇੰਨੀ ਭਾਵਨਾ ਤੇ ਬੱਚੇ ਨੂੰ ਛੱਡ ਦੇ। ਛੱਡ ਦਿੱਤਾ। ਕਿਸ ਮਾਂ ਦਾ ਜੀ ਚਾਹੁੰਦਾ 5 ਸਾਲ ਦੇ ਬੱਚੇ ਨੂੰ ਆਪਣੇ ਅੱਖਾਂ ਤੋਂ ਦੂਰ ਜਾਂ ਸਰੀਰ ਤੋਂ ਦੂਰ, ਘਰ ਤੋਂ ਦੂਰ ਕਰੇ, ਪਰ ਇਹ ਪੇਟ ਜੋ ਲੱਗਾ ਹੋਇਆ ਇਹਨੂੰ ਪਰਨਾ ਸੀ। ਰੱਬ ਦੇ ਖੇਡਾਂ ਵੀ ਅਜੀਬ ਨੇ, ਕਈਆਂ ਕੋਲ ਇਹਨਾਂ ਉਹਨਾਂ ਕੋਲ ਸੰਭਾਲਿਆ ਨਹੀਂ ਜਾਂਦਾ, ਕਈਆਂ ਨੂੰ ਇੱਕ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਇਹ ਸਤਿਗੁਰੂ ਜੀ ਦੇ ਖੇਡ ਆਪਾਂ ਰਹਿਰਾਸ ਵਿੱਚ ਪੜ੍ਹਦੇ ਹਾਂ ਨਾ, ਸਾਹਿਬ ਕਹਿੰਦੇ ਇੱਕ ਦਾਤੇ ਇੱਕ ਭੇਖਾਰੀ ਜੇ, ਸਭ ਤੇਰੇ ਚੋਜ ਪਿੜਾਣਾ। ਮਹਾਰਾਜ ਜੀ ਦੇ ਬਚਨ ਨੇ। ਸਾਹਿਬ ਕਹਿੰਦੇ ਕਾਹੂ ਦੀਨੇ ਪਾਟ ਪਟੰਬਰ, ਕਾਹੂ ਕਈਆਂ ਕੋਲ ਤੇ ਰੇਸ਼ਮੀ ਕੱਪੜੇ ਖਾਣ ਪਹਿਨਣ ਵਾਸਤੇ, ਤੇ ਕਈ ਉਹ ਨੇ ਜਿਨ੍ਹਾਂ ਕੋਲ ਪਾਟੀਆਂ ਲੀਰਾਂ ਵੀ ਨਹੀਂ ਖਾਣ। ਸਤਿਗੁਰੂ ਸੱਚੇ ਪਾਤਸ਼ਾਹ ਦਾ ਰੰਗ ਕਹਿਣ ਲੱਗਾ ਸੀ ਵੀ ਉਹਦੀ ਖੇਡ ਹੈ, ਪਰ ਕਈ ਵਾਰ ਇਹ ਚੀਜ਼ਾਂ ਜਿਹੜੀਆਂ ਸਰਾਪ ਲੱਗਦੀਆਂ ਨੇ ਬਹੁਤ ਵੱਡਾ ਵਰ ਬਣ ਕੇ ਪੇਸ਼ ਆਉਂਦੀਆਂ ਨੇ। ਗਰੀਬੀ ਖੋਵੇ ਹੈ ਤਾਂ ਸਰਾਪ, ਪਰ ਕਈ ਵਾਰ ਬਹੁਤ ਵੱਡੀ ਬਖਸ਼ਿਸ਼ ਲੈ ਕੇ ਆਉਂਦੀ ਹੈ। ਕਿਸੇ ਨੂੰ ਕੋਈ ਸੱਟ ਲੱਗ ਜਾਣੀ ਹੈ ਤਾਂ ਸਰਾਪ ਪਈ, ਸੱਟ ਨਾਲ ਸਰੀਰ ਅਪੰਗ ਹੋ ਜਾਣਾ, ਅੱਖਾਂ ਦਾ ਚਲੇ ਜਾਣਾ, ਜਾਂ ਹੱਥਾਂ ਦਾ ਜਾਂ ਪੈਰਾਂ ਦਾ ਕੋਈ ਨਾ ਕੋਈ ਅੰਗ ਮਾਰੇ ਜਾਣਾ। ਪਰ ਕਈ ਵਾਰ ਉਹ ਜ਼ਿੰਦਗੀ ਵਿੱਚ ਏਡਾ ਵੱਡਾ ਮੋੜ ਲਿਆਉਂਦੇ, ਜਿਹੜਾ ਬੰਦਾ ਕਿਧਰੇ ਆਮ ਦੁਨੀਆ ਦੀ ਤਰ੍ਹਾਂ ਜਿਉਂਦਾ ਸੀ ਉਹ ਰੱਬ ਦੀ ਬਖਸ਼ਿਸ਼ਾਂ ਨੂੰ ਲੈਣਾ ਸ਼ੁਰੂ ਕਰ ਦਿੰਦਾ ਹੈ, ਬਿਲਕੁਲ ਬਦਲ ਜਾਂਦਾ, ਬਖਸ਼ਿਸ਼ ਬਣ ਜਾਂਦੀ। ਕੁਝ ਇਸੇ ਤਰ੍ਹਾਂ ਹੀ ਹੋਇਆ ਹੈ। ਗਰੀਬੀ ਗੁਰੂ ਰਾਮਦਾਸ ਪਿਤਾ ਦੀ ਮਿਹਰ ਬਣ ਕੇ ਆਏ। ਮਹਾਂਪੁਰਖਾਂ ਨੇ ਰੱਖ ਲਿਆ, ਕੁਛ ਦਿਨ ਉੱਥੇ ਰਹਿਣਾ ਸੀ।
ਬੱਚਾ ਉੱਚੇ ਹੀ ਰੋਜ਼ ਮਾਂ ਸੰਗਤ ਦੀ ਸੇਵਾ ਕਰਦੀ, ਪੁੱਤਰ ਨੂੰ ਵੇਖ ਲੈਂਦੀ। ਜਦੋਂ ਤੁਰਨ ਲੱਗੇ ਨਾ, ਜਦੋਂ ਤੁਰਨਾ ਸੀ, ਉਹਨਾਂ ਚਿਰ ਨੂੰ ਸਤਿਗੁਰੂ ਨੇ ਕਲਾ ਵਰਤਾ ਦਿੱਤੀ ਸੀ। ਬੱਚੇ ਸਨ ਪਰ ਪਿਆਰ ਪੈ ਗਿਆ ਸੰਗਤ ਨਾਲ ਤੇ ਮਹਾਂਪੁਰਖਾਂ ਨਾਲ। ਤੁਰਨਾ ਸੀ ਤੇ ਬਾਬਾ ਜੀ ਜਾਣਦੇ ਸੀ ਮਾਂ ਜ਼ਰੂਰ ਮੈਨੂੰ ਕਿਧਰੇ ਹੁਣ ਤੋਰ ਤੇ ਲਿਆ ਸੂ, ਫਿਰ ਨਾ ਰੱਖ ਲਵੇ, ਉਹ ਰੋਏ ਕਲਪੇਗੀ ਤੇ ਮੈਨੂੰ ਰੱਖ ਨਾ ਲਵੇ, ਮੈਂ ਨਾਲ ਜ਼ਰੂਰ ਜਾਣਾ। ਬਹੁਤ ਜੀ ਲੱਗਾ ਸੀ। ਜਦੋਂ ਤੁਰਨਾ ਸੀ ਨਾ, ਉਦੋਂ ਕਿਹੜੀਆਂ ਸਵਾਰੀਆਂ ਸੀ, ਪੈਦਲ ਤੁਰਿਆ ਕਰਦੇ ਸਤਿਪੁਰਸ਼ ਲੋਕ। ਇਹਨਾਂ ਨੇ ਨਾ ਮਹਾਂਪੁਰਸ਼ਾਂ ਦੇ ਕੁਝ ਬਸਤਰ ਜਿਹੜੇ ਚੁੱਕਣੇ ਸੀ ਸਮਾਨ ਨਾਲ, ਉਹਨਾਂ ਦੇ ਕੁਝ ਬਸਤਰ ਚੁੱਕ ਲੈ, ਪੰਡ ਬੰਨ੍ਹ ਕੇ ਪਹਿਲਾਂ ਹੀ ਤੁਰ ਪਏ ਅੱਗੇ। ਜਿੱਧਰ ਜਾਣਾ ਸੀ ਨਾ, ਸੇਵਾਦਾਰਾਂ ਨੂੰ ਪੁੱਛ ਲਿਆ, ਪਹਿਲੇ ਇੱਕ ਦਿਨ ਨੂੰ ਨਾਲ ਲੈ ਕੇ ਨਿਕਲ ਗਏ। ਮਾਂ ਲੱਭਣ ਆਈ, ਪੁੱਤਰ ਨਹੀਂ ਲੱਭਦਾ, ਬਹੁਤ ਵੈਰਾਗ ਵਿੱਚ ਸੀ। ਉਹ ਆਂਦੀ ਸੀ ਮੈਂ ਕੋਈ ਨਹੀਂ ਪਾਲ ਲਾਂਗੀ, ਪਹਿਲਾਂ ਆਪੇ ਦਿੱਤਾ। ਕਹਿਣ ਲੱਗੇ ਵੀ ਮੇਰੇ ਬੱਚੇ ਨੂੰ ਛੱਡ ਜਾਓ, ਔਖੀ ਸੌਖੀ ਹੋ ਕੇ ਆਪੇ ਪਾਲ ਲਾਂਗੀ। ਬੱਚਾ ਲੱਭੇ ਨਾ, ਘਬਰਾ ਗਈ। ਸੇਵਾਦਾਰਾਂ ਨੇ ਪਤਾ ਕੀਤਾ, ਕਹਿੰਦੇ ਪਹਿਲਾਂ ਹੀ ਪੰਡ ਚੁੱਕ ਕੇ ਨਿਕਲ ਗਿਆ। ਜਾ ਪਕੜਿਆ, ਲਿਆਂਦਾ। ਮਾਤਾ ਬਹੁਤ ਗੱਲ ਲੱਗ ਕੇ ਰੋਈ, ਕਿਵੇਂ ਮੇਰਾ ਬੱਚਾ ਪਲੇਗਾ, ਕੌਣ ਨਵਾਏ ਧਵਾਏਗਾ, ਕਿਵੇਂ ਇਸ ਦੀ ਪਾਲਣਾ ਹੋਏਗੀ। ਮੋਹ ਜਾਗਿਆ, ਪਰ ਬਾਬਾ ਜੀ ਨੇ ਇਹੋ ਜਿਹੇ ਬਚਨ ਕੀਤੇ, ਮਾਂ ਦਾ ਹਿਰਦਾ ਸ਼ਾਂਤ ਹੋ ਗਿਆ। ਉੱਥੋਂ ਤੁਰਦੇ ਖਾਨ ਬਸ ਫਿਰ ਕੀ ਸੀ, ਜਿੱਥੇ ਸਤਿਪੁਰਸ਼ ਰੋਜ਼ ਦੀਵਾਨ ਲਾਉਂਦੇ, ਹੁਕਮ ਸੀ ਕਿ ਜਿੰਨੇ ਵੀ ਇੱਥੇ ਨਾਲ ਸਾਡੇ ਰਹਿਣ ਆਏ, ਉਹਨੇ ਸੇਵਾ ਤੋਂ ਇਲਾਵਾ ਦੀਵਾਨ ਵਿੱਚ ਕਦੇ ਨਾਗਾ ਨਹੀਂ ਪਾਣਾ। ਕੀਰਤਨ ਵਿੱਚ, ਕਥਾ ਵਿੱਚ। ਬਾਬਾ ਜੀ ਇੱਕ ਦਿਨ ਛੋਟੇ ਸਨ ਤੇ 2 ਦਿਨ ਦਾ ਥਕਾਵਟ ਹੋਣ ਕਰਕੇ ਨਾਗਾ ਪੈ ਗਿਆ। ਮਹਾਂਪੁਰਸ਼ ਕਹਿਣ ਲੱਗੇ ਬਾਬਾ ਸ਼ਾਮ ਸਿੰਘ ਨੂੰ, ਬੇਟਾ ਕਿੱਥੇ ਵੀ 2 ਦਿਨ ਤੋਂ ਬੁਲਾਓ, ਤੂੰ ਆਇਆ ਨਹੀਂ ਦੀਵਾਨ ਅੰਦਰ। ਜੀ ਥੋੜ੍ਹਾ ਸਮਾਂ ਆ, ਪੂਰਾ ਨਹੀਂ, ਕਿਉਂਕਿ ਮੈਂ ਥੱਕ ਜਾਂਦਾ ਸੀ, ਉਦੋਂ ਨੀਂਦ ਆ ਗਈ। ਕਹਿਣ ਲੱਗੇ ਜੇ ਨਾਗਾ 2 ਦਿਨ ਦਾ ਪਾਣਾ, ਚੁੱਕੋ ਇਹਦੇ ਬੋਰੀ ਬਿਸਤਰਾ ਦਰਿਆ ਤੋਂ ਪਾਰ ਕਰਕੇ ਇਹਨੂੰ ਪਿੰਡ ਭੇਜ ਦਿਓ। ਬਹੁਤ ਰੋਏ, ਕਹਿਣ ਲੱਗੇ ਮੈਨੂੰ ਹੁਣ ਵਾਪਸ ਨਾ ਭੇਜੋ, ਜਿਵੇਂ ਜਾਣਦੇ ਹੋ ਮੈਨੂੰ ਇੱਥੇ ਰੱਖ ਲਓ। ਫਿਰ ਕਹਿਣ ਲੱਗੇ ਬੇਟਾ ਦੇਖੋ ਇਹ ਸਾਧ ਸੰਗਤ ਕਿਲਾ ਹੈ, ਕਿਲੇ ਦੇ ਵਿੱਚ ਰਹੀਏ ਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹਮਲਾ ਨਹੀਂ ਕਰਦੇ। ਜੇ ਆਪਾਂ ਦੀਵਾਨ ਚੋਂ ਪਰਾਂ ਰਹਾਂਗੇ, ਸੰਗਤ ਤੋਂ ਹਮਲਾ ਕਰਨਗੇ, ਜੀਵਨ ਬਰਬਾਦ ਹੋਏਗਾ। ਤੇ ਤੁਸੀਂ ਇੰਜ ਕਰਨਾ, ਨਾਗਾ ਨਹੀਂ ਪਾਣਾ। ਕਹਿੰਦੇ ਕਦੇ ਵੀ ਇੱਕ ਦਿਨ ਮਿਸ ਨਾ ਕਰਾਂਗੇ, ਕਦੇ ਵੀ ਨਾਗਾ ਨਹੀਂ ਪਵੇਗਾ। ਰੋਜ਼ ਇੱਕ ਸ਼ਬਦ ਗੁਰਬਾਣੀ ਦਾ ਯਾਦ ਕਰਨਾ। 7 ਬਚਨ ਪਿਆਰਿਓ ਲਗਾਤਾਰ। ਇਹ 5 ਸਾਲ ਦੇ ਤੇ ਆਏ ਸਨ, ਬਾਕੀ ਜਿੰਨਾ ਸਮਾਂ ਬਚਦਾ ਏ ਇਹਨਾਂ ਨੇ ਲਗਭਗ 100 ਜਿਹੜੇ ਉਹ ਸਾਲ ਬਚਦੇ ਸਨ, 120-21 ਸਾਲ ਸਮਾਂ ਰੋਜ਼ ਇੱਕ ਸ਼ਬਦ ਯਾਦ ਕਰਨਾ। ਜਦੋਂ ਅੱਖਾਂ ਦੀ ਜੋਤ ਬੁਢਾਪੇ ਚਲੀ ਗਈ ਨਾ, ਉਦੋਂ ਵੀ ਕਿਸੇ ਨੂੰ ਕਹਿਣਾ ਜੀ ਮੈਨੂੰ ਕੋਈ ਸ਼ਬਦ ਸੁਣਾਓ, ਮੈਂ ਯਾਦ ਕਰਾਂ। ਇੰਨੇ ਚਿਰ 'ਚ ਕਿਹੜਾ ਸ਼ਬਦ ਰਹਿ ਗਿਆ ਹੋਏਗਾ। ਰੋਮ ਰੋਮ 'ਚ ਬਾਣੀ ਵਸੀ। ਮਹਾਂਪੁਰਖਾਂ ਨੇ ਨਾ ਪਹਿਲਾਂ ਕੰਮ ਕੀਤਾ ਸੀ, ਕੁਛ ਦਿਨ ਰੱਖ ਕੇ ਕਹਿੰਦੇ ਲਓ ਭਾਈ ਬੱਚਾ ਹੁਣ ਹੋਸ਼ ਸੰਭਾਲਿਆ ਏ, ਇਹਨੇ ਜਪਜੀ ਸਾਹਿਬ ਨਿਤਨੇਮ ਦੀ ਬਾਣੀ ਦਾ ਪਾਠ ਕਰ ਲਿਆ, 5 ਗ੍ਰੰਥੀ ਕਰ ਲਈ, ਹੁਣ ਇਹਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲਾਓ। ਮੈਂ ਇੱਕ ਬੇਨਤੀ ਕਰਾਂ, ਸਾਡੇ 'ਚ ਰਿਵਾਜ ਸੀ, ਇਹ ਸਤਿਪੁਰਸ਼ਾਂ ਨੇ ਪਾਏ ਹੋਏ ਸੀ, ਜਦੋਂ ਬੱਚਾ ਗੁਰਮੁਖੀ ਪੜ੍ਹ ਲਵੇ, 5 ਬਾਣੀਆਂ ਮੁੱਢਲੀਆਂ ਦਾ ਪਾਠ ਉਹਨੂੰ ਕਰਨਾ ਆ ਜਾਏ, ਉਹਨੂੰ ਉਚੇਚਾ ਸਮਾਗਮ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲਾਇਆ ਜਾਂਦਾ ਸੀ। ਉੱਥੋਂ ਜਪਜੀ ਸਾਹਿਬ ਦਾ ਪਾਠ ਕਰਾਉਣਾ ਅਤੇ ਉਸ ਸਮਾਗਮ 'ਤੇ ਰਿਸ਼ਤੇਦਾਰ ਭੈਣ ਭਰਾ ਸੱਦੇ ਜਾਂਦੇ ਸੀ, ਵਧਾਈਆਂ ਮਿਲਦੀਆਂ ਸੀ ਜਿਵੇਂ ਵਿਆਹ ਵੇਲੇ ਹੁੰਦੀਆਂ ਵੀ ਤੇਰਾ ਬੱਚਾ ਅੱਜ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗਾ ਹੈ। ਹੁਣ ਵੇਲੇ ਪਰੰਪਰਾ ਸੀ, ਛੱਡਦੇ ਤੁਰੇ ਜਾ ਰਹੇ। ਬਾਬਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲਾਇਆ, ਗੁਰਬਾਣੀ ਕੰਠ ਕਰਨ ਦਾ ਹੁਕਮ ਹੋਇਆ। ਵੱਡੇ ਸੀ ਨਾ ਸੰਤ ਸ੍ਰੀ ਰਾਮ ਸਿੰਘ ਜੀ, ਅੰਮ੍ਰਿਤਸਰ ਸਾਹਿਬ ਨੂੰ ਬਹੁਤ ਪਿਆਰ ਕਰਦੇ ਸਨ। ਜਦੋਂ ਖੋਣ ਆਏ ਸ਼ਾਹਪੁਰ ਵੱਲ ਤਾਂ ਇੱਧਰ ਬਾਬਾ ਜੀ ਨੇ ਬੇਨਤੀ ਕੀਤੀ, ਜੀ ਮੇਰਾ ਬਹੁਤ ਜੀਅ ਚਾਹੁੰਦਾ ਹੈ ਮੈਂ ਵੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਾਂ, ਬਹੁਤ ਖਿੱਚ ਪੈਂਦੀ ਜੇ ਇਜਾਜ਼ਤ ਹੋਵੇ। ਕਹਿੰਦੇ ਜਾਓ, ਤੁਸੀਂ ਜਾਓ ਦਰਸ਼ਨ ਕਰੋ। ਪੈਦਲ ਆਉਣਾ ਸੀ, 20 ਦਿਨ ਲੱਗ ਗਏ, 20 ਦਿਨ ਪੈਦਲ ਤੁਰਦੇ। ਜਦੋਂ ਆਏ ਆ ਕੇ ਦਰਸ਼ਨ ਕੀਤੇ, ਚਾਹ ਚੜ੍ਹ ਗਏ, ਚਾਹ
ਸਤਿਗੁਰੂ ਜੀ ਨੇ ਇੰਨੀ ਕਿਰਪਾ ਕੀਤੀ, ਬਸ ਜਿਵੇਂ ਨਾ ਕਈ ਜਨਮਾਂ ਤੋਂ ਵਿਛੜੇ ਹੋਏ ਸਨ ਤੇ ਅੱਜ ਮੇਲ ਹੋਇਆ। ਪਿਆਰਿਓ, ਸਾਨੂੰ ਚੇਤਾ ਰੱਖਣਾ ਚਾਹੀਦਾ ਹੈ, ਇੰਨੀ ਦੂਰੋਂ ਜਾਣਾ ਤੇ ਪੂਰਾ ਧਿਆਨ ਗੁਰੂ ਕੇ ਸ਼ਬਦ ਵੱਲ ਹੋਵੇ। ਬੈਠ ਕੇ ਕੀਰਤਨ ਸੁਣਨਾ, ਸਮਾਧੀ ਕਿੰਨਾ ਕਿੰਨਾ ਸਮਾਂ ਲਾਈ ਰੱਖਣੀ। ਫਿਰ ਵਾਪਸ ਜਦੋਂ ਜਾਣਾ ਸੀ ਤੇ ਇਹਨਾਂ ਦੇ ਅੰਦਰ ਆਇਆ ਵੀ ਮੇਰਾ ਜੀ ਚਾਹੁੰਦਾ ਮੈਂ ਇੱਥੇ ਹੀ ਰਵਾਂ। ਇੱਥੇ ਕੁਝ ਸਮਾਂ ਰਹੇ ਸਨ। ਬਾਬਾ ਮਹਾਰਾਜ ਸਿੰਘ ਜੀ ਦੇ ਡੇਰੇ ਆਸਣ ਲਾ ਲਿਆ। ਇਹਨੂੰ ਸਾਰੇ ਹੀ ਪਿਆਰ ਕਰਨ ਲੱਗ ਪਏ ਜਿਹੜਾ ਵੇਂਦਾ ਸੀ। ਇੱਥੇ ਨਾ ਅੰਮ੍ਰਿਤਸਰ ਸਾਹਿਬ 'ਚ ਸੇਵਾ ਪੰਥੀਆਂ ਦੇ ਕਾਫੀ ਡੇਰੇ ਅਸਥਾਨ ਬਣੇ ਹੋਏ ਸਨ। ਵੱਖ ਵੱਖ ਹਰ ਕਿਸੇ ਦਾ ਜੀ ਚਾਹੁੰਦਾ ਹਰਿਮੰਦਰ ਸਾਹਿਬ ਦੇ ਨੇੜੇ ਰਹਿ ਰਹੇ ਸਨ। ਉੱਥੇ ਆਸਣ ਲਾਇਆ ਅਤੇ ਜਦੋਂ ਰੋਜ਼ ਵੇਖਦੇ ਸੀ ਨਾ, ਤੀਸੀ ਅੰਮ੍ਰਿਤਸਰ ਸਾਹਿਬ 'ਚ ਸੰਤ ਅਮੀਰ ਸਿੰਘ ਜੀ ਸੱਤੋ ਕੀ ਗਲੀ ਵਾਲੇ ਸਨ। ਉਹਨਾਂ ਦੀ ਦ੍ਰਿਸ਼ਟੀ ਪਈ ਅਤੇ ਇੱਕ ਦਿਨ ਰਾਹ 'ਚ ਰੋਕ ਕੇ ਕਹਿੰਦੇ, ਬੇਟਾ ਦੇਖ, ਅਸੀਂ ਕਦੇ ਕਿਸੇ ਨੂੰ ਕਹਿੰਦੇ ਨਹੀਂ, ਪਰ ਤੇਰੇ 'ਤੇ ਖੁਸ਼ ਹਾਂ। ਜੇ ਤੂੰ ਚਾਹਵੇਂ ਤੇ ਅਸੀਂ ਤੈਨੂੰ ਸਾਜ਼ ਵੀ ਆਪ ਲੈ ਕੇ ਦਿਆਂਗੇ। ਤੂੰ ਕੀਰਤਨ ਸਿੱਖ, ਸਾਡੇ ਕੋਲ ਆ ਕੇ ਤੈਨੂੰ ਕੀਰਤਨ ਦੀ ਦਾਤ ਦਿਵਾਨੇ ਆ। ਅੱਗੋਂ ਬਾਬਾ ਜੀ ਨੇ ਹੱਥ ਜੋੜੇ, ਕਹਿਣ ਲੱਗੇ, ਜੀ ਮੇਰੀ ਕੀਰਤਨ ਵੱਲ, ਰਾਗ ਵੱਲ ਅਜੇ ਸਹਿਜ ਇੱਛਾ ਸਹਿਜ ਨਾ ਨਹੀਂ ਕੀਤੀ। ਸਹਿਜ ਭਾਵ ਉਧਰ ਅਜੇ ਮੇਰੀ ਰੁਚੀ ਨਹੀਂ, ਅਜੇ ਗੁਰੂ ਸ਼ਬਦ ਦੀ ਕਮਾਈ ਵੱਲ ਠੀਕ ਹੈ। ਕਹਿਣ ਲੱਗੇ, ਤੂੰ ਬਚਨ ਜਦੋਂ ਕਰਦੇ ਇੰਝ ਲੱਗਦਾ ਜਿਵੇਂ ਕਥਾ ਕਰਦਾ ਏ, ਅਸੀਂ ਚਾਹੁੰਦੇ ਹਾਂ ਕੀਰਤਨ। ਕਹਿੰਦੇ, ਅੱਗੋਂ ਤੇਰੀ ਮਰਜ਼ੀ। ਬਚਨ ਨਾ ਮੰਨਿਆ। ਬਾਬਾ ਜੀ ਕਹਿੰਦੇ, ਬਾਅਦ ਵਿੱਚ ਜਦੋਂ ਮਹਾਰਾਜ ਨੇ ਸੋਝੀ ਪਾਈ, ਉਦੋਂ ਫਿਰ ਮੈਨੂੰ ਮੁਸ਼ਕਲ ਬਹੁਤ ਆਈ। ਉਦੋਂ ਪਤਾ ਲੱਗਾ ਸਾਧੂ ਦਾ ਬਚਨ ਨਹੀਂ ਟਾਲਣਾ ਚਾਹੀਦਾ। ਫਿਰ ਇਹਨਾਂ ਨੇ ਉਦੋਂ ਮੰਨੇ ਪਰਮੰਨੇ ਉਸਤਾਦ ਲਾਲ ਚੰਦ ਜੀ ਕੋਲੋਂ ਸਰੰਦੇ ਦੀ ਜਾਚ ਸਿੱਖਣੀ ਸੀ ਅਤੇ ਸਰੰਦਾ ਨਹੀਂ ਸੀ ਮਿਲਦਾ। ਬਹੁਤ ਘਾਲਣੀ ਪਈ ਸੀ ਅੱਜ ਉਹਨਾਂ ਨੂੰ। ਫਿਰ ਇਹਨਾਂ ਨੂੰ ਸਰੰਦਾ ਮਿਲਿਆ ਅਤੇ ਫਿਰ ਕੀਰਤਨ ਦੀ ਦਾਤ ਵੀ ਸਿੱਖੀ ਪਹਿਲਾਂ, ਕਿਉਂਕਿ ਅੰਦਰ ਸੀ ਨਾ ਕੋਈ ਦਰਦ, ਅੰਦਰ ਪਿਆਰ ਸੀ। ਪਿਆਰ ਵਿੱਚ ਆ ਕੇ ਹਰ ਚੀਜ਼ ਹੀ ਉਹਦਾ ਰੰਗ ਰੂਪ ਉਹਦੀ ਤਸੀਰ ਬਦਲ ਜਾਇਆ ਕਰਦੀ ਹੈ। ਹੁਣ ਜਦੋਂ ਕੀਰਤਨ ਕਰਨਾ, ਸ਼ਬਦ ਪੜ੍ਹਨਾ ਅਤੇ ਧੂ ਪੈਂਦੀ ਸੀ ਧੂ। ਜਦੋਂ ਮਹਾਂਪੁਰਖ ਸੰਤ ਰਾਮ ਸਿੰਘ ਜੀ ਚੜ੍ਹਾਈ ਕਰ ਗਏ, ਚੋਲਾ ਬਦਲ ਗਏ, ਬਹੁਤ ਬੈਰਾਗ ਵਿੱਚ, ਉਦੋਂ ਫਿਰ ਪੱਕੇ ਤੌਰ 'ਤੇ ਅੰਮ੍ਰਿਤਸਰ ਹੀ ਆ ਗਏ। ਇੱਥੇ ਨਾ ਕਟੜਾ ਖਰੀ ਸਿੰਘ ਵਿੱਚ ਧਰਮਸ਼ਾਲਾ ਸੀ। ਭਾਈ ਸੋਭਾ ਸਿੰਘ ਜੀ ਨੇ ਬੇਨਤੀ ਕੀਤੀ, ਜੀ ਤੁਸੀਂ ਇੱਥੇ ਰਹੋ। ਉਹਨਾਂ ਕਮਰਾ ਦੇ ਦਿੱਤਾ। ਬਾਬਾ ਜੀ ਖੁਰਾ ਨੇ ਬਸ ਉੱਥੋਂ ਸ਼ੁਰੂ ਕਰ ਲਿਆ। ਜਿੱਥੇ ਹਰਿਮੰਦਰ ਸਾਹਿਬ ਜਾਂਦੇ ਨੇ ਬੜੇ ਪਿਆਰ ਦੇ ਨਾਲ, ਉੱਥੇ ਸੇਵਾ ਕਰਦੇ ਨੇ। ਜਦੋਂ ਉਹਨਾਂ ਦਾ ਜੀਵਨ ਪੜ੍ਹੀਦਾ ਨਾ, ਭਾਈ ਵੀਰ ਸਿੰਘ ਸਹਿਤ ਸਦਨ ਨੇ ਨਾ ਸੰਤ ਗਾਥਾ ਦੇ ਨਾਮ ਹੇਠ ਕਿਤਾਬਾਂ ਛਾਪੀਆਂ ਨੇ। ਉਹਦੇ ਵਿੱਚ ਭਾਗ ਦੂਜੇ ਵਿੱਚ ਇਹਨਾਂ ਮਹਾਂਪੁਰਖਾਂ ਦਾ ਜੀਵਨ ਅੰਕਿਤ ਕੀਤਾ ਹੈ, ਜਿਹਦੇ ਵਿੱਚ ਬਾਬਾ ਜੀ ਦੀ ਜੀਵਨੀ ਬਾਰੇ, ਕਿਉਂਕਿ ਬਾਬਾ ਜੀ ਹੋਰਾਂ ਨੇ ਨਾ ਇੱਕ ਆਪ ਵੀ ਗ੍ਰੰਥ ਲਿਖਿਆ ਸੀ, ਸ੍ਰੀ ਭਗਤ ਪ੍ਰੇਮ ਪ੍ਰਕਾਸ਼। ਉਹਦੇ ਵਿੱਚ ਬਹੁਤ ਸਾਰਾ ਉਹਨਾਂ ਨੇ ਵੱਡੇ ਦੋ ਮਹਾਂਪੁਰਖਾਂ ਦਾ, ਸੰਤ ਸਹਾਈ ਸਿੰਘ ਜੀ ਦਾ ਅਤੇ ਸਤਿਕਾਰਯੋਗ ਸੰਤ ਸ੍ਰੀ ਰਾਮ ਸਿੰਘ ਜੀ ਹੋਰਾਂ ਦੇ ਜੀਵਨ ਦੀਆਂ ਘਟਨਾਵਾਂ ਨੂੰ ਲਿਖਿਆ। ਅਤੇ ਨਾਲ ਨਾਲ ਹਰਿਮੰਦਰ ਸਾਹਿਬ ਦੀ ਮਹਾਨਤਾ, ਗੁਰੂ ਗ੍ਰੰਥ ਸਾਹਿਬ ਨਾਲ ਉਹਨਾਂ ਦਾ ਪਿਆਰ, ਸੇਵਾ ਵਿੱਚ ਉਹ ਕਿਵੇਂ ਲੱਗਦੇ ਸਨ, ਕਿਵੇਂ ਕਮਾਈਆਂ ਕਰਦੇ ਸਨ, ਉਹ ਸਾਰਾ ਕੁਝ ਉਹਨਾਂ ਨੇ ਅੰਕਿਤ ਕੀਤਾ ਹੈ। ਪਰ ਮਹਾਂਪੁਰਖਾਂ ਦੇ ਜੀਵਨ ਨੂੰ ਸਤਿਕਾਰਯੋਗ ਬਾਬਾ ਸ਼ਾਮ ਸਿੰਘ ਦੀ ਸੰਗਤ ਕਰਨ ਵਾਲੇ ਸਰਦਾਰ ਪ੍ਰੇਮ ਸਿੰਘ ਜੀ ਖੁਰਾ ਨੇ ਲਿਖਿਆ ਹੈ, ਜਿਹਨੂੰ ਬਾਅਦ 'ਚ ਛਪਾਇਆ ਭਾਈ ਵੀਰ ਸਿੰਘ ਸਹਿਤ ਸਦਨ ਨੇ। ਉਹਨਾਂ ਨੇ ਬੜੀਆਂ ਪਿਆਰੀਆਂ ਪਿਆਰੀਆਂ ਘਟਨਾਵਾਂ ਲਿਖੀਆਂ ਨੇ। ਜਦੋਂ ਬਾਬਾ ਜੀ ਖੁਰਾ ਨੇ ਇੱਥੇ ਆਏ ਨਾ, ਅਤੇ ਲਗਭਗ 4 ਕੁ ਘੰਟੇ ਵੱਧ ਤੋਂ ਵੱਧ ਆਰਾਮ ਲਈ ਰੱਖੇ ਸਨ। 20 ਘੰਟੇ ਬਾਬਾ ਜੀ ਖੁਰੀ ਹਰ ਰੋਜ਼ ਨੇਮ ਨਾਲ ਸੇਵਾ ਅਤੇ ਸਿਮਰਨ ਕਰਿਆ ਕਰਦੇ। ਰਾਤੀ ਕੇਵਲ 2 ਕੁ ਘੰਟੇ ਆਰਾਮ ਕਰਨਾ ਅਤੇ ਬਾਕੀ ਦੁਪਹਿਰੇ ਥੋੜ੍ਹਾ ਜਿਹਾ ਕਰਨਾ, ਉਹ ਵੀ ਜੇ ਹੋ ਗਿਆ, ਨਹੀਂ ਤੇ ਸੇਵਾ ਵਿੱਚ। ਜਦੋਂ ਨਾ ਹਰਿਮੰਦਰ ਸਾਹਿਬ 'ਤੇ ਰਾਤੀ ਦਰਵਾਜ਼ੇ ਬੰਦ ਹੋ ਜਾਂਦੇ ਦਰਸ਼ਨੀ ਡਿਓੜੀ ਦੇ, ਅੰਮ੍ਰਿਤ ਵੇਲੇ ਜਦੋਂ ਦਰਵਾਜ਼ਾ ਖੁੱਲ੍ਹਣਾ ਹੁੰਦਾ, ਪਹਿਲਾਂ ਹੀ ਸਰੰਦਾ ਲੈ ਕੇ ਅਤੇ ਰਾਤ ਨੂੰ ਹੀ ਜਾ ਕੇ ਕੁਝ ਪ੍ਰੇਮੀਆਂ ਨੇ ਵੀ ਜੁੜ ਜਾਣਾ, ਉੱਥੇ ਬਹਿ ਕੇ ਨਾ ਬੜਾ ਬੈਰਾਗ ਮੇਂ ਕੀਰਤਨ ਕਰਨਾ।
ਸ਼ਬਦ ਇੰਜ ਪੜ੍ਹਨੇ ਪਈ ਅੰਦਰ ਦਰਸ਼ਨੀ ਡਿਓੜੀ ਦੇ ਅੰਦਰ ਬਾਹਰ ਹਰਿਮੰਦਰ ਸਾਹਿਬ ਖੁਦ ਪ੍ਰਤੱਖ ਗੁਰੂ ਰਾਮਦਾਸ ਸਾਹਿਬ ਮਹਾਰਾਜ ਬਿਰਾਜਮਾਨ ਨੇ। ਉਹਨਾਂ ਦਾ ਦਰਵਾਜ਼ਾ ਬੰਦ ਹੈ, ਦਰਵਾਜ਼ਾ ਖੋਲ੍ਹੋ। ਬੇਨਤੀ ਦੇ ਸ਼ਬਦ ਪੜ੍ਹਨੇ ਜਿੰਨੀ ਸੰਗਤ ਸੁਣਦੀ ਸੀ ਸਭ ਵੈਰਾਗ ਵਿੱਚ ਚਲੀ ਜਾਂਦੀ। ਵੀ ਹੁਣੇ ਦਰਵਾਜ਼ਾ ਖੁੱਲ੍ਹੇਗਾ ਅਤੇ ਅੰਦਰੋਂ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਹੋਣਗੇ। ਇੰਨੇ ਵੈਰਾਗ ਵਿੱਚ ਉਹਨਾਂ ਨੇ ਕੀਰਤਨ ਕਰਨਾ, ਦਰਵਾਜ਼ਾ ਖੁੱਲ੍ਹਣਾ ਅਤੇ ਜਦੋਂ ਅੰਦਰ ਜਾਣਾ ਅਤੇ ਫਿਰ ਆਸਾ ਦੀ ਵਾਰ ਤੋਂ ਪਹਿਲਾਂ ਅੰਦਰ ਬਾਬਾ ਜੀ ਨੇ 1 ਘੰਟਾ ਉਹਦਾ ਕੀਰਤਨ ਕਰਨਾ ਹਰਿਮੰਦਰ ਸਾਹਿਬ ਦੇ ਅੰਦਰ। ਜਦੋਂ ਕਰਨਾ ਇਹਨੂੰ ਪ੍ਰੇਮ ਦੀ ਚੌਂਕੀ ਕਹਿੰਦੇ, ਹੁਣ ਵੀ ਲੱਗਦੀ ਏ। ਹੁਣ ਥੋੜ੍ਹੇ ਕੁ ਸਮਾਂ ਤੋਂ ਗੁਰੂ ਕੇ ਕੀਰਤਨੀਏ ਲਾਉਂਦੇ ਹਨ ਅਤੇ ਜਦੋਂ ਉਹ ਪ੍ਰੇਮ ਦੀ ਚੌਂਕੀ ਜਿਹੜੀ ਹੈ ਉਹ ਭਰਨੀ, ਉਸ ਤੋਂ ਬਾਅਦ ਫਿਰ ਇਹਨਾਂ ਨੇ ਆ ਜਾਣਾ। ਫਿਰ ਅਸਥਾਨ 'ਤੇ ਆ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ। ਉੱਥੇ ਨੇਮ ਨਿਭਾ ਕੇ ਫਿਰ ਦੁਬਾਰਾ ਉਹਨਾਂ ਨੇ ਹਰਿਮੰਦਰ ਸਾਹਿਬ ਚਲੇ ਜਾਣਾ। ਇਸੇ ਤਰ੍ਹਾਂ ਦੁਪਹਿਰੇ ਫਿਰ 2 ਘੰਟੇ ਹਰਿਮੰਦਰ ਸਾਹਿਬ ਕੀਰਤਨ ਦੀ ਹਾਜ਼ਰੀ ਭਰਨੀ। ਉੱਥੋਂ ਵਿਹਲੇ ਹੋ ਕੇ ਸ਼ਬੀਲ 'ਤੇ ਜਾ ਕੇ ਸੰਤ ਬਾਬਾ ਸਵਾਇਆ ਸਿੰਘ ਜੀ ਜਿਹੜੇ ਸ਼ਬੀਲ ਲਾਉਂਦੇ ਸੀ ਉੱਥੇ ਸ਼ਬੀਲ 'ਤੇ ਸੇਵਾ ਕਰਨੀ। ਫਿਰ ਲੰਗਰ ਤਿਆਰ ਕਰ ਲੈਣਾ, ਰੋਜ਼ ਵਾਵਾ ਸਾਰਾ ਆਟਾ ਅਤੇ ਪ੍ਰਸ਼ਾਦਾ, ਅਤੇ ਉਹ ਜਿਹੜੇ ਲੋੜਵੰਦਾਂ ਨੂੰ ਕੁਝ ਸਮਾਂ ਉਹ ਵੰਡਣਾ। ਇੱਕ ਦਿਨ ਭਾਈ ਠਾਕੁਰ ਸਿੰਘ ਜੀ ਜੋ ਸੇਵਾ ਵਿੱਚ ਸਨ, ਉਹਨਾਂ ਨੇ ਬਚਨ ਕੀਤੇ। ਉਹਨਾਂ ਦੇ ਬਚਨ ਬਹੁਤ ਸੰਬੰਧਿਤ ਨੇ। ਇੱਕ ਦਿਨ ਕਹਿਣ ਲੱਗੇ, ਬਾਹਰ ਜੀ ਮੰਗਤੇ ਬਹੁਤ ਆ ਗਏ ਨੇ, ਪ੍ਰਸ਼ਾਦਾ ਛਕਾਈਏ ਬਾਬਾ ਜੀ। ਕਹਿਣ ਲੱਗੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹਨਾਂ ਨੂੰ ਮੰਗਤੇ ਨਹੀਂ ਕਹਿਣਾ, ਉਹ ਤਾਂ ਗੋਬਿੰਦ ਸੰਗਤ ਏ, ਮੰਗਤੇ ਤੇ ਅਸੀਂ ਹਾਂ। ਬਾਬਾ ਜੀ ਨਾ ਆਪਣੇ ਆਪ ਨਾਲ ਕਦੇ ਵੀ ਸ਼ਬਦ ਨਹੀਂ ਸੀ ਜੋੜਦੇ, ਬਾਬਾ ਜਾਂ ਸੰਤ। ਇੱਕ ਦਿਨ ਉਚੇਚਾ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾ ਕੇ ਨਾ ਸੰਗਤ ਨੂੰ ਨਾਲ ਲੈ ਕੇ ਅਰਦਾਸ ਕੀਤੀ ਸੀ, ਅਤ ਗਰੀਬੀ ਵਿੱਚ ਆ ਕੇ ਸਤਿਗੁਰੂ ਜੀਓ ਕਿਰਪਾ ਕਰਿਓ, ਮੈਨੂੰ ਕੋਈ ਬਾਬਾ ਤੇ ਸੰਤ ਨਾ ਕਵੇ, ਮੈਂ ਗੁਲਾਮ ਹਾਂ। ਮੈਨੂੰ ਗੁਲਾਮ ਕਹਿ ਕੇ ਸੰਗਤ ਯਾਦ ਕਰੇ, ਬੁਲਾਵੇ ਜਾਂ ਮੇਰਾ ਨਾਂ ਲਵੇ। ਝਿੜਕਿਆ ਵੀ ਕਰਦੇ ਸਨ ਅਤੇ ਅਰਦਾਸ ਖੁਦ ਕੀਤੀ ਸੀ, ਆਪਣੇ ਆਪ ਨੂੰ ਸਦਾ ਗੁਲਾਮ ਹੀ ਕਹਿਣਾ। ਅਤੇ ਉਹ ਕਹਿਣ ਲੱਗੇ, ਜੀ ਇਸ ਗੁਲਾਮ ਇਹ ਤਾਂ ਗੋਬਿੰਦ ਸੰਗਤ ਹੈ, ਇਸ ਕਰਕੇ ਨਾ ਕਦੇ ਸ਼ਬਦ ਨਹੀਂ ਕਹਿਣਾ ਮੰਗਤੇ ਨੇ ਹੋ। ਇੱਕ ਭਾਈ ਠਾਕੁਰ ਸਿੰਘ ਜੀ ਸਨ ਕੋਲ, ਇੱਕ ਹੋਰ ਗੁਰਮੁਖ ਪਿਆਰੇ ਆਏ। ਉਹਨਾਂ ਨੇ ਕੋਈ ਵਿਆਹ ਵੇਖਿਆ ਵੀ ਕੋਈ ਗਰੀਬ ਆਦਮੀ ਹੈ, ਉਹਦੇ ਕੋਲ ਕੱਪੜਾ ਕੋਈ ਨਹੀਂ। ਕਹਿਣ ਲੱਗਿਆ, ਚਾਦਰ ਸਾਡੇ ਕੋਲ, ਜਾਓ ਉਸ ਨੂੰ ਦੇ ਕੇ ਆਓ। ਭਾਈ ਠਾਕੁਰ ਸਿੰਘ ਜੀ ਚਾਦਰ ਦੇ ਕੇ ਆ ਗਏ। ਜਦੋਂ ਚਾਦਰ ਦਿੱਤੀ ਨਾ ਅਤੇ ਵਾਪਸ ਪੁੱਛਿਆ, ਚਾਦਰ ਦੇ ਆਏ ਹੋ? ਕਹਿਣ ਲੱਗੇ, ਜੀ ਦੇ ਆਇਆ। ਕੀ ਉਸ ਨੂੰ ਮੱਥਾ ਟੇਕਿਆ ਸੀ? ਕਹਿੰਦੇ, ਮੱਥਾ ਤਾਂ ਨਹੀਂ ਜੀ ਟੇਕਿਆ। ਫਿਰ ਤੈਨੂੰ ਕਹਿੰਦੀ ਕਾਹਦੀ ਸੇਵਾ ਮਿਲਣੀ ਹੈ? ਚਾਦਰ ਤਾਂ ਪਰਮੇਸ਼ਰ ਦਾ ਦਿੱਤਾ ਹੋਇਆ ਸਾਰਾ ਕੁਝ ਹੈ, ਸਾਨੂੰ ਤਾਂ ਜਿਹੜੀ ਉਹਨਾਂ ਦੇ ਚਰਨਾਂ 'ਚ ਨਮਸਕਾਰ ਕਰ ਦੋ ਅਤੇ ਉਹਦੇ ਬਦਲੇ ਕੋਈ ਅਸੀਸ ਮਿਲਦੀ ਭਲਾ ਹੁੰਦਾ। ਜਾ ਭੱਜ ਕੇ ਮੱਥਾ ਟੇਕ ਕੇ ਆ। ਰੱਬ ਦੇ ਜੀਵਾਂ ਦੇ ਅੰਦਰੋਂ ਇਹ ਨਹੀਂ ਵੀ ਸੇਵਾ ਕਰਨੀ ਕੁਛ ਬਣ ਕੇ, ਗਵਾ ਕੇ ਆਪਣਾ ਆਪ ਫਿਰ ਸੇਵਾ ਕਰਨੀ। ਜਿੱਥੇ ਸ਼ਬੀਲ 'ਤੇ ਜਾਣੇ, ਫਿਰ ਜਿਤਨੇ ਵੀ ਕੋਈ ਗਰੀਬ ਗੁਰਬਾ ਪ੍ਰਸ਼ਾਦ ਛਕਣ ਆਉਂਦਾ ਸੀ, ਉਹਨਾਂ ਦੇ ਜੂਠੇ ਬਰਤਨ ਆਪ ਮਾਂਜਣੇ। ਕਹਿਣ ਲੱਗੇ ਵੀ ਪ੍ਰਸ਼ਾਦ ਪਾਣੀ ਤੇ ਗੁਰੂ ਨਾਨਕ ਸਾਹਿਬ ਗੁਰੂ ਰਾਮਦਾਸ ਪਿਤਾ ਦਾ, ਸਾਨੂੰ ਤਾਂ ਭਾਂਡੇ ਮਾਂਜਣ 'ਤੇ ਫਲ ਮਿਲਣਾ, ਜੇ ਨਹੀਂ ਮਾਂਜਾਂਗੇ। ਕਈ ਵਾਰਾਂ ਕਹਿਣਾ, ਜਦੋਂ ਵਾਹਵਾ ਸੰਗਤ ਨਾਲ ਪਿਆਰ ਬਣ ਗਿਆ ਅਤੇ ਮਹਿਮਾ ਹੋ ਗਈ, ਕਹਿਣਾ ਜੀ ਤੁਸੀਂ ਭਾਂਡੇ ਨਾ ਮਾਂਜਿਆ ਕਰੋ, ਅਸੀਂ ਜੋ ਸਾਰੇ ਹੈਗੇ ਹਾਂ ਸਾਨੂੰ ਦੱਸੋ। ਕਹਿਣ ਲੱਗੇ, ਮੈਂ ਵਿਹਲਾ ਸਮਾਂ ਕਿਵੇਂ ਬਤੀਤ ਕਰਾਂਗਾ, ਭਾਂਡੇ ਮਾਂਜਦਾ ਵਾਂ। ਇਹਦੇ ਨਾਲ ਦੇਖੋ ਜਿਹੜੇ ਸੰਗਤ ਛਕਦੀ ਹੈ ਪ੍ਰਸ਼ਾਦ ਪਾਣੀ, ਉਹ ਮਹਾਰਾਜ ਦਾ ਭਜਨ ਕਰਦੇ, ਰੱਬ ਨੂੰ ਚੇਤਾ ਕਰਦੇ, ਸਾਨੂੰ ਵੀ ਕੁਝ ਹਿੱਸਾ ਮਿਲੇਗਾ। ਭਾਂਡੇ ਮਾਂਜਣੇ, ਸੇਵਾਦਾਰ ਜਿਨ੍ਹਾਂ ਨੇ ਆਉਣਾ ਨਾ ਅਤੇ ਕਈਆਂ ਨੇ ਭਾਂਡੇ ਰੱਖ ਦੇਣੇ, ਉਹ ਕਹਿਣ ਲੱਗੇ, ਆਲਸੀਓ, ਜਿਹੜਾ ਆਪਣੇ ਭਾਂਡੇ ਨਹੀਂ ਮਾਂਜ ਸਕਦਾ ਉਹ ਮਨ ਕਿੱਥੋਂ ਮਾਂਜੇਗਾ? ਉਹਨੇ ਬੰਦਗੀ ਕਾਹਦੀ ਕਰਨੀ ਕੋਈ? ਬੜਾ ਖਿੱਚ ਕੇ ਰੱਖਦੇ ਸੀ। ਬਾਕੀ ਵੀ ਸਭਨਾਂ ਨੂੰ ਆਪ ਸਾਰੀ ਰੂਟੀਨ ਬਣਾਈ ਸੀ, ਸ਼ਾਮੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਵੀ ਹਾਜ਼ਰੀ ਭਰਨੀ ਹੈ। ਫਿਰ ਬਾਕੀ ਸਮਾਂ ਪ੍ਰਕਰਮਾਂ ਵਿੱਚ ਹੁਣ ਵਾਂਗੂ ਨਹੀਂ ਸੀ ਨਾ, ਪ੍ਰਕਰਮਾਂ ਦੀ ਸਫਾਈ ਜਾਂ ਪੱਕਾ ਕਈ ਹਾਲਾਤ ਬਦਲਦੇ ਰਹੇ ਨਾ। ਪਹਿਲਾਂ ਨਾਲ
ਜਿਵੇਂ ਬਾਅਦ 'ਚ ਹੁਣ ਬਰਾਂਡੇ ਬਣੇ ਨੇ, ਇਸ ਤਰ੍ਹਾਂ ਤਾਂ ਨਹੀਂ ਸੀ। ਆਪਾਂ ਪੁਰਾਣੀਆਂ ਕੁਝ ਪਿਕਚਰਾਂ ਵੀ ਦੇਖਦੇ ਹਾਂ। ਕਬੂਤਰਾਂ ਸੀ, ਬਹੁਤ ਕਬੂਤਰ ਸੀ, ਕਬੂਤਰਾਂ ਦੀਆਂ ਵਿੱਠਾਂ ਆਦਿਕ ਹੋ ਜਾਣੀਆਂ, ਉਹਨਾਂ ਨੂੰ ਖੁਰਚੀ ਲੈ ਕੇ ਸਾਫ਼ ਕਰਦੇ ਰਹਿਣਾ। ਇੱਕ ਵਾਰੀ ਸੰਤ ਖੀਰਾ ਸਿੰਘ ਜੀ ਬੈਠੇ ਸੀ, ਹੋਰ ਵੀ ਸੀ, ਉਹਨਾਂ ਨੇ ਕਹਿਣ ਲੱਗੇ ਜੀ ਇਹ ਵਿੱਠਾਂ ਚੁੱਕ ਕੇ ਇਕੱਠੀਆਂ ਕਰਕੇ ਫਿਰ ਬਾਹਰ ਸੁੱਟ ਦਿਓ, ਸਾਰਾ ਦਿਨ ਵਿੱਠਾਂ ਚੁੱਕੀ ਰੱਖ ਦਿਓ, ਤੁਹਾਨੂੰ ਇਹਦੇ 'ਚ ਕੀ ਨਜ਼ਰ ਆਉਂਦਾ? ਕਹਿਣ ਲੱਗੇ ਭੋਲਿਓ, ਇਹਨਾਂ ਨੂੰ ਵਿੱਠਾਂ ਨਾ ਸਮਝੋ, ਇਹ ਗੁਰੂ ਰਾਮਦਾਸ ਪਿਤਾ ਦੀ ਬਖਸ਼ਿਸ਼ ਨਾਲ ਇਹ ਸੇਵਾ ਵਿੱਚੋਂ ਰਿਧੀਆਂ ਤੇ ਸਿੱਧੀਆਂ ਮਿਲਦੀਆਂ ਨੇ, ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਨੇ। ਅਸੀਂ ਕਹਿੰਦੇ ਹਾਂ ਪਰਾਂ ਖੋਵੋ, ਸਾਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਚਾਹੀਦੇ ਨੇ। ਸੇਵਾ ਪੰਥੀਆਂ ਦੀ ਨਾ ਸੇਵਾ ਕਰਨ ਦਾ ਢੰਗ ਵੀ ਬੜੇ ਕਮਾਲ ਦਾ ਹੈ। ਸੱਚਮੁੱਚ ਜੇ ਗੁਲਾਮ ਕਿਹਾ ਤੇ ਗੁਲਾਮ ਬਣ ਕੇ ਸੇਵਾ ਕਰਦੇ ਸੀ। ਨੌਕਰ ਤੇ ਗੁਲਾਮ ਵਿੱਚ ਫਰਕ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਗੁਲਾਮ ਸ਼ਬਦ ਵਰਤੇ ਨਾ। ਭਗਤ ਕਬੀਰ ਸਾਹਿਬ ਜੀ ਨੇ, ਸਾਹਿਬ ਕਹਿੰਦੇ ਫੁਰਮਾਨ ਤੇਰਾ ਸਿਰੇ ਉੱਪਰ, ਫਿਰ ਨਾ ਕਰਤ ਵਿਚਾਰ, ਤੂੰ ਹੀ ਦਰਿਆ ਤੂੰ ਹੀ ਕਰਿਆ, ਤੁਝੇ ਤੇ ਨਿਸਤਾਰ, ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਜ਼ ਤਰੋ ਕੇ ਪਿਆਰ ਰਹਾਓ, ਨਾਮ ਤੇਰਾ ਆਧਾਰ ਮੇਰਾ, ਜਿਉ ਫੂਲ ਜਈ ਖੈ ਨਾਰ, ਕਹੇ ਕਬੀਰ ਗੁਲਾਮ ਕਰ ਕਾ, ਜੀ ਆਹੇ ਭਾਵੇਂ ਮਾਰ। ਗੁਲਾਮ ਪਿਆਰਿਓ, ਨੌਕਰ ਤੇ ਗੁਲਾਮ ਵਿੱਚ ਫਰਕ ਹੈ ਨਾ। ਨੌਕਰ ਉਸ ਦੇ ਕੁਝ ਆਪਣੇ ਹੱਕ ਨੇ, ਉਹਦਾ ਸਮਾਂ ਹੀ ਇੰਨਾ ਸਮਾਂ ਨੌਕਰੀ ਕਰਨੀ 8 ਘੰਟੇ 10 ਘੰਟੇ, ਪਰ ਗੁਲਾਮ ਦਾ ਸਮਾਂ ਨਹੀਂ, ਅੱਠੇ ਪੈਰ ਹੀ ਉਸਨੇ ਗੁਲਾਮੀ ਕਰਨੀ ਹੈ। ਨੌਕਰ ਦੇ ਕੁਝ ਹੱਕ ਨੇ, ਮਾਲਕ ਕੋਲੋਂ ਲੈ ਸਕਦਾ ਵੀ ਮੈਂ ਇਹ ਨਹੀਂ ਤੇ ਇਹ ਚਾਹੀਦਾ। ਗੁਲਾਮ ਨੂੰ ਕੋਈ ਹੱਕ ਨਹੀਂ ਹੈ। ਉਹ ਸਮਰਪਣ ਹੈ, ਦਿਨੇ ਰਾਤ ਸਮਰਪਿਤ ਹੈ। ਜਿਹੋ ਜਿਹਾ ਮਿਲ ਗਿਆ, ਰੋਟੀ ਦੇ ਦਿੱਤੀ ਠੀਕ, ਨਾ ਦਿੱਤੀ ਠੀਕ, ਕੱਪੜਾ ਪਹਿਨਣ ਨੂੰ ਮਿਲਿਆ, ਸਰਦੀ ਹੈ ਗਰਮੀ ਹੈ, ਇਹ ਮਾਲਕ ਨੇ ਵੇਖਣਾ ਵੀ ਉਹਨੂੰ ਕਿੱਥੇ ਖੜਾ ਕਰਨਾ ਹੈ। ਨੌਕਰੀ ਕਰਨ ਵਾਲੇ ਨੂੰ ਤੇ ਨਹੀਂ ਨਾ ਸਾਰਾ ਕੁਝ ਕਰਨਾ ਪੈਂਦਾ। ਉਹਨਾਂ ਨੂੰ ਤੇ ਪਤਾ ਹੈ ਜੇ ਨਹੀਂ ਪਾਉਂਦਾ ਤੇ ਨੌਕਰੀ ਛੱਡ ਸਕਦਾ ਹੈ। ਬਾਬਾ ਜੀ ਨੇ ਖੁਦ ਗੁਲਾਮ ਕਿਹਾ ਨਹੀਂ, ਸਗੋਂ ਗੁਲਾਮ ਬਣ ਕੇ ਦਿਖਾਇਆ ਹੈ। 70 ਸਾਲ ਕੀਰਤਨ ਕਰਦੇ ਰਹੇ ਨੇ, ਪਰ ਪਿਆਰਿਓ ਨਾਲ ਨਾਲ ਬਖਸ਼ਾਂ ਵੀ ਅਨੇਕਾਂ ਵੰਡੀਆਂ ਨੇ। ਜਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਅੰਮ੍ਰਿਤ ਸੰਚਾਰ ਹੋਣਾ, ਸਤਕਾਰ ਇੰਨਾ ਸੀ, 5 ਪਿਆਰਿਆਂ ਵਿੱਚ ਸੇਵਾ ਉਹਨਾਂ ਨੂੰ ਲਾਣੀ। ਮੈਂ ਇੱਕ ਹੋਰ ਬੇਨਤੀ ਕਰਾਂ, ਸਤਿਕਾਰਯੋਗ ਭਾਈ ਵੀਰ ਸਿੰਘ ਜੀ ਖੁਰਾਨ ਜਦੋਂ ਅੰਮ੍ਰਿਤ ਦੀ ਦਾਤ ਲਈਏ, ਉਦੋਂ 5 ਪਿਆਰਿਆਂ ਵਿੱਚ ਜਥੇਦਾਰ ਸਾਹਿਬ ਦੀ ਸੇਵਾ ਸੰਤ ਬਾਬਾ ਸ਼ਾਮ ਸਿੰਘ ਜੀ ਖੁਰਾਨ ਦੀ ਸੀ। ਆਟਾ ਮੰਡੀ ਵਾਲੇ ਕਿਉਂ ਕਹਿੰਦੇ ਨੇ? ਜਦੋਂ ਬਿਰਧ ਹੋ ਗਏ ਸੀ ਨਾ, ਉਦੋਂ ਇੱਕ ਦਿਨ ਇੱਕ ਭਾਈ ਬੁੱਢਾ ਰਾਮ ਜੀ ਉਸ ਸਥਾਨ 'ਤੇ ਜਿੱਥੇ ਸਨ, ਅਤੇ ਉਸ ਕਮਰੇ 'ਚ ਦੀ ਮੁੱਠੀ ਚਾਪੀ ਕਰ ਰਹੇ ਸੀ, ਅਤੇ ਉਹਨਾਂ ਦੇ ਅੰਦਰ ਹੀ ਫੁਰਨਾ ਆਇਆ। ਕਹਿਣ ਲੱਗੇ ਬੁੱਢਾ ਰਾਮਾ ਸਰੀਰ ਬਿਰਧ ਹੋ ਗਿਆ ਹੈ, ਕਿੰਨਾ ਚੰਗਾ ਗੁਰੂ ਰਾਮਦਾਸ ਪਿਤਾ ਦੇ ਚਰਨਾਂ ਦੇ ਕਿਧਰੇ ਨੇੜੇ ਹੀ ਥਾਂ ਹੋਵੇ, ਦੂਰੋਂ ਨਾ ਜਾਣਾ ਪਵੇ ਅਤੇ ਰੋਜ਼ ਦਰਸ਼ਨ ਕਰਨੇ ਸੌਖੇ ਹੋ ਜਾਣ। ਅਜੇ ਗੱਲ ਹੀ ਕਰਦੇ ਪਏ ਨੇ, ਉਹਨਾਂ ਚਿਰ ਇੱਕ ਪ੍ਰੇਮੀ ਆ ਗਿਆ, ਉਹਨੇ 6000 ਰੁਪਈਆ, ਉਦੋਂ 6000 ਭੇਟ ਕੀਤਾ ਜੀ, ਇਹ ਸੇਵਾ ਵਿੱਚ ਲਾਓ। ਇੱਕ ਹੋਰ ਆ ਗਿਆ, ਉਹਨੇ ਵੀ ਭੇਟ ਕੀਤੇ। ਕਹਿਣ ਲੱਗੇ ਜੀ ਅਸੀਂ ਚਾਹੁੰਦੇ ਹਾਂ ਨੇੜੇ ਅਸਥਾਨ ਬਣਾਈਏ। ਰੱਬ ਉਹਨਾਂ ਦੇ ਮੂੰਹ 'ਚ ਬੋਲ ਰਿਹਾ ਸੀ। ਫਿਰ ਇਹ ਜਗ੍ਹਾ ਲਈ 12000 ਰੁਪਏ ਜ਼ਮੀਨ ਲਈ ਸੀ, ਜਿਹੜੀ ਆਟਾ ਮੰਡੀ ਵਾਲੀ, ਜਿੱਥੇ ਹੁਣ ਵੀ ਅਸਥਾਨ ਹੈ। ਜਦੋਂ ਉਹ ਜਗ੍ਹਾ ਲਈ ਕੁਝ ਹੋਰ ਵੀ ਜ਼ਮੀਨ ਨਾਲ ਖਰੀਦੇ, ਅਤੇ ਸਤਿਕਾਰਯੋਗ ਸੰਤ ਬਾਬਾ ਗੁਰਮੁਖ ਸਿੰਘ ਸਾਹਿਬ ਪਟਿਆਲੇ ਵਾਲੇ, ਜਿਨ੍ਹਾਂ ਨੂੰ ਕਹਿੰਦੇ ਆ, ਉਹਨਾਂ ਨਾਲ ਅੰਤਾਂ ਦਾ ਪਿਆਰ ਸੀ। ਉਹਨਾਂ ਨੇ ਤਿਆਗ ਕੇ ਸਤਿਗੁਰਾਂ ਦਾ ਪ੍ਰਕਾਸ਼ ਕੀਤਾ ਸਥਾਨ 'ਤੇ, ਅਤੇ ਕਹਿੰਦੇ ਹੁਣ ਤੋਂ ਹੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰੋ। ਤਾਂ ਉਹਨਾਂ ਦਾ ਨਾਮ ਰੱਖਿਆ ਪ੍ਰੇਮ ਪਾਠ। ਜਦੋਂ ਪਿਆਰਿਓ ਲਿਖਾਰੀ ਲਿਖਦੇ ਨੇ, ਉਦੋਂ 50 ਸਾਲ ਹੋ ਗਏ ਸਨ ਜਦੋਂ ਉਹਨਾਂ ਨੇ ਪੁਸਤਕ ਲਿਖੀ। ਉਦੋਂ ਤੋਂ ਲੈ ਕੇ ਲਗਾਤਾਰ ਸ੍ਰੀ ਅਖੰਡ ਪਾਠ ਸਾਹਿਬ ਉੱਥੇ ਚੱਲਦੇ ਆਏ ਨੇ। ਉਹ ਅਖੰਡ ਪਾਠ ਸਾਹਿਬ ਕਦੇ ਬੰਦ ਨਹੀਂ ਹੋਏ। ਮਹਾਂਪੁਰਖਾਂ ਦੀ ਮੌਜ, ਜੋ ਜੋ ਅੰਦਰੋਂ ਚਿਤਵਨ ਹੈ ਉਸੇ ਤਰ੍ਹਾਂ ਹੀ ਪਰਮੇਸ਼ਰ ਜੀ ਨੇ ਕਰੀ ਜਾਣਾ।
ਅਸਥਾਨ ਵੀ ਨੇੜੇ ਬਣ ਗਿਆ। ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਲੱਗਣਾ। ਭਾਈ ਵੀਰ ਸਿੰਘ ਦੱਸਦੇ ਨੇ, ਅਸੀਂ ਅੰਮ੍ਰਿਤ ਦੀ ਦਾਤ ਜਦੋਂ ਲਈ ਉਹ ਸੇਵਾ ਵਿੱਚ ਸਨ। ਭਾਈ ਸਾਹਿਬ ਬੜੇ ਪ੍ਰਭਾਵਿਤ ਸਨ ਬਾਬਾ ਜੀ ਦੇ ਜੀਵਨ ਤੋਂ, ਬਹੁਤ ਪਿਆਰ ਕਰਿਆ ਕਰਦੇ ਸਨ। ਇੱਕ ਵਾਰੀ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ, ਜਿਹੜੇ ਕਿ ਬਹੁਤ ਵੱਡੀ ਪੋਸਟ 'ਤੇ ਸਨ, ਉਹਨਾਂ ਨੇ ਵੀ ਅੰਮ੍ਰਿਤ ਦੀ ਦਾਤ ਜਦੋਂ ਲਈ, ਉਦੋਂ ਵੀ ਬਾਬਾ ਜੀ ਹੋਰੀ ਸਨ ਸੇਵਾ ਵਿੱਚ। ਪਰ ਪੁਜਾਰੀ ਅੰਦਰੋਂ ਈਰਖਾ ਕਰਨ ਲੱਗ ਪਏ ਹਰਿਮੰਦਰ ਸਾਹਿਬ ਦੇ, ਅੰਮ੍ਰਿਤ ਸ੍ਰੀ ਅਕਾਲ ਤਖਤ ਸਾਹਿਬ ਦੇ। ਵੀ ਵੱਡੇ ਵੱਡੇ ਸਰਦਾਰ ਵੀ ਇਹਨਾਂ ਕੋਲ ਜਦੋਂ ਆ ਕੇ ਬਚਨ ਮੰਨ ਕੇ ਅੰਮ੍ਰਿਤ ਛਕਦੇ ਨੇ, ਭਾਵੇਂ ਅੰਮ੍ਰਿਤ ਤੇ ਪੰਜਾਂ ਕੋਲੋਂ ਛਕਿਆ, ਕਲਾ ਸਤਿਗੁਰਾਂ ਦੀ ਵਰਤਨੀ ਹੈ, ਪਰ ਈਰਖਾਲੂ ਦੇ ਅੰਦਰ ਈਰਖਾ ਵੀ ਸਤਿਕਾਰ ਇੰਨਾ ਹੋ ਰਿਹਾ, ਐਸਾ ਨਾ ਹੋਵੇ ਵੀ ਇਹਦੇ ਨਾਲ ਸਾਡੀ ਕੋਈ ਪੁੱਛ ਗਿੱਛ ਹੀ ਨਾ ਕਰੇ। ਈਰਖਾ ਕਰਕੇ ਪਹਿਲਾਂ ਤਾਂ ਤੰਗ ਕਰਨਾ ਸ਼ੁਰੂ ਕੀਤਾ, ਫਿਰ ਹੌਲੀ ਹੌਲੀ ਉਹਦਾ ਕੀਰਤਨ ਬੰਦ ਕਰ ਦਿੱਤਾ ਵੀ ਅੰਮ੍ਰਿਤ ਵੇਲੇ ਤੁਸੀਂ ਕੀਰਤਨ ਜਾਂ ਦੁਪਹਿਰੇ ਜੋ ਕਰਦੇ ਹੋ ਨਹੀਂ ਕਰ ਸਕਦੇ। ਬਾਬਾ ਜੀ ਨੂੰ ਬਹੁਤ ਦੁੱਖ ਲੱਗਾ, ਪਰ ਰੱਬ ਨੇ ਸਬੱਬ ਬਣਾਇਆ ਅਚਾਨਕ ਹੀ, ਕਿਉਂਕਿ ਪੁਜਾਰੀਆਂ ਨੇ ਮੰਗਲ ਸਿੰਘ ਸਰਬਰਾਹ ਨਾਲ ਮਿਲ ਕੇ ਸਾਰਾ ਕਾਰਾ ਕੀਤਾ ਸੀ। ਰੱਬ ਨੇ ਐਸੀ ਖੇਡ ਵਰਤਾਈ ਕਿ ਉਹਦਾ ਮੁੰਡਾ ਕਿਸੇ ਕੰਮ 'ਚ ਪਕੜਿਆ ਗਿਆ। ਉਹਨਾਂ ਸਿਫਾਰਿਸ਼ ਕੀਤੀ ਵੀ ਮਜੀਠੀਆ ਸਾਹਿਬ ਕਰਨ 'ਤੇ ਛੁੱਟ ਸਕਦਾ, ਨਹੀਂ ਤੇ ਸਜ਼ਾ ਭਾਰੀ ਤੋਂ ਭਾਰੀ ਮਿਲ ਸਕਦੀ ਹੈ। ਮਜੀਠੀਆ ਸਾਹਿਬ ਕਹਿਣ ਲੱਗੇ ਵੀ ਜੇਕਰ ਬਾਬਾ ਸ਼ਾਮ ਸਿੰਘ ਜੀ ਦਾ ਕੀਰਤਨ ਪ੍ਰਾਰੰਭ ਕਰਾਓਗੇ ਫਿਰ ਸਿਫਾਰਿਸ਼ ਕਰਾਂਗੇ, ਨਹੀਂ ਤੇ ਨਹੀਂ। ਸਿਫਾਰਿਸ਼ ਕੀਤੀ, ਉਹ ਕਹਿੰਦੇ ਪ੍ਰਵਾਨ ਨਹੀਂ। ਕੀਰਤਨ ਹੋਇਆ, ਪਰ ਬਾਬਾ ਜੀ ਦੇ ਮਨ ਵਿੱਚ ਆਇਆ ਵੀ ਮੈਨੂੰ ਨਾ ਹੀ ਪੰਜਾਂ ਦੀ ਸੇਵਾ ਵਿੱਚ ਲਾਣ, ਪਰ ਗੁਰੂ ਰਾਮਦਾਸ ਪਿਤਾ ਜੀ ਮੈਨੂੰ ਆਪਣੇ ਦਰ ਤੋਂ ਕੀਰਤਨ ਤੋਂ ਨਾ ਕਦੇ ਪਰੇ ਹੋਣ ਦੇਣਾ। ਕਿਉਂਕਿ ਜਦੋਂ ਕੀਰਤਨ ਕਰਦੇ ਸੀ ਖੁਦ ਤਾਂ ਕਿਸੇ ਹੋਰ ਉੱਚੀਆਂ ਉਡਾਰੀਆਂ ਮਾਰਦੇ ਹੀ ਸਨ। ਸਰੋਤਾ ਜਨ ਪਤਾ ਨਹੀਂ ਕਿਹੜੇ ਮੰਡਲਾਂ ਵਿੱਚ ਮਹਾਰਾਜ ਦੀ ਕਿਰਪਾ ਨਾਲ ਪਹੁੰਚ ਜਾਂਦੇ ਸੀ। ਇੱਕ ਵਾਰ ਨਾ ਪਾਣੀ ਦੀ ਔੜ ਲੱਗੀ ਹੋਈ ਸੀ ਬਹੁਤ ਜ਼ਿਆਦਾ, ਅਤੇ ਔੜ ਲੱਗੀ ਵਿੱਚ 5 ਕੁਝ ਪਿੰਡਾਂ ਵੱਲੋਂ ਨਾ ਇਕੱਠੇ ਹੋ ਕੇ ਸੰਗਤ ਹੈ, ਉਹਨਾਂ ਨੇ 5 ਬੰਦੇ ਚੁਣੇ ਵੀ ਬਾਬਾ ਜੀ ਨੂੰ ਬੇਨਤੀ ਕਰੋ ਵੀ ਮੀਂਹ ਪਵਾਓ, ਬਹੁਤ ਔਖੇ ਆ, ਅੱਗੇ ਹਾੜ ਸੌਣ ਵੀ ਸੁੱਕਾ ਲੰਘ ਗਿਆ, ਪੋਹ ਮਾਘ ਵੀ ਤੇ ਬਹੁਤ ਮੁਸ਼ਕਲ ਹੈ, ਫਸਲਾਂ ਤੋਂ ਬਗੈਰ ਕਿਵੇਂ ਗੁਜ਼ਾਰਾ ਕਰਾਂਗੇ। ਬਾਬਾ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗੇ ਵਾਹਿਗੁਰੂ ਵਾਹਿਗੁਰੂ, ਗੁਲਾਮ ਕੀ ਕਰ ਸਕਦਾ ਹੈ, ਆਓ ਆਪਾਂ ਰਲ ਕੇ ਗੁਰੂ ਰਾਮਦਾਸ ਜੀ ਦੇ ਦਰ 'ਤੇ ਕੀਰਤਨ ਕਰੀਏ, ਅਰਦਾਸ ਕਰੀਏ, ਕੀਰਤਨ ਦੇ ਰੂਪ ਅੰਦਰੋਂ ਮਿਹਰ ਕਰਨਗੇ। 1.5 ਘੰਟਾ ਕੀਰਤਨ ਕੀਤਾ ਤੇ 1.5 ਘੰਟਾ ਹੀ ਮੀਂਹ ਪੈਂਦਾ ਰਿਹਾ। ਬਖਸ਼ਿਆਂ ਸਨ, ਉਧਰੋਂ ਕੀਰਤਨ ਬੰਦ ਤੇ ਉਧਰੋਂ ਬਰਸਾਤ ਬੰਦ ਹੋ ਗਈ, ਕਿਉਂਕਿ ਉਹਦੇ ਜੋ ਹੋ ਗਏ ਜੋ ਅੰਦਰ ਚਿਤਵਨ ਹੈ ਉਹ ਬਸ ਹੋ ਜਾਣਾ ਉਸੇ ਵਕਤ ਹੀ। ਮਹਾਂਪੁਰਖਾਂ ਦੇ ਕਮਾਈ ਵਾਲਿਆਂ ਦੇ ਪਰਮੇਸ਼ਰ ਨਾਲ ਹੀ ਵਸਦਾ ਹੁੰਦਾ, ਉਹਨਾਂ ਨੂੰ ਕਹਿਣ ਦੀ ਵੀ ਲੋੜ ਨਹੀਂ ਪੈਂਦੀ, ਚਿਤਵਦੇ ਨੇ ਜੋ ਚਿਤਵ ਲਿਆ ਬਸ ਉਹਦੇ ਘਰ ਪ੍ਰਵਾਨ ਹੈ। ਐਸਾ ਹੀ ਹੋਇਆ। ਤੋ ਗੱਲ ਕਰ ਰਹੇ ਸਾਂ ਵੀ ਬਾਬਾ ਜੀ ਕੁਰਾਨ ਦਾ ਇੱਕ ਪਾਸੇ ਲਗਾਤਾਰ ਮਹਿਮਾ ਵੱਧਦੀ ਜਾ ਰਹੀ ਹੈ, ਦੂਜੇ ਪਾਸੇ ਜੋ ਕੁਛ ਉਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਪਿਆਰ ਸੀ ਉਹਨਾਂ ਨੇ ਆਪਣੇ ਗ੍ਰੰਥ ਵਿੱਚ ਵੀ ਲਿਖਿਆ। ਉਹਨਾਂ ਨੇ ਇੱਕ ਘਟਨਾ ਲਿਖੀ ਹੈ, ਕਹਿੰਦੇ ਸੰਗਤ ਨੂੰ ਕਿਆ ਕਰਦੇ ਸਨ ਜੀ, ਇੱਕ ਰਾਜਾ ਸੀ, ਉਹ ਬਹੁਤ ਉਹਨੂੰ ਕੋਈ ਜਿਹਾ ਰੋਗ ਲੱਗ ਗਿਆ, ਦੁਖੀ ਸੀ। ਡਾਕਟਰਾਂ ਅਤੇ ਵੈਦਾਂ ਜਵਾਬ ਦੇ ਦਿੱਤਾ ਅਤੇ ਉਹਨੂੰ ਕਿਸੇ ਨੇ ਉਦੋਂ ਦੇ ਰਿਵਾਜ ਮੁਤਾਬਕ ਕਿਹਾ ਵੀ ਜੇਕਰ ਇੱਕ ਅਸਮੇਧ ਜੱਗ ਦਾ ਫਲ ਤੈਨੂੰ ਮਿਲ ਜਾਏ ਨਾ ਫਿਰ ਤੇਰਾ ਰੋਗ ਕੱਟਿਆ ਜਾ ਸਕਦਾ। ਅਸਮੇਧ ਜੱਗ 'ਚ ਬਹੁਤ ਲੱਖਾਂ ਰੁਪਏ ਖਰਚਾ ਹੁੰਦਾ ਸੀ, ਕੌਣ ਕਰੇ ਇੰਨਾ। ਉਹ ਕਹਿਣ ਲੱਗੇ ਚਲੋ ਰਾਜਾ ਮੈਂ ਪੈਸਾ ਖਰਚ ਲਾਂਗਾ, ਜਿੰਦ ਬਚੇ। ਉਹਨੇ ਢੋਰਾ ਪਟਵਾਇਆ ਵੀ ਕਿਸੇ ਨੇ ਅਸਮੇਧ ਜੱਗ ਕਰਾਇਆ, ਕੋਈ ਉਹਦਾ ਫਲ ਮੇਰੇ ਨਿਮਿਤ ਕਰ ਦੇਵੇ, ਮੈਂ ਬਚ ਜਾਵਾਂਗਾ। ਪਰ ਕਿੱਥੋਂ ਲੱਭੇ? ਉਹ ਖਬਰ ਆ ਗਈ, ਗੁਰੂ ਰਾਮਦਾਸ ਪਿਤਾ ਦੇ ਸਿੱਖਾਂ ਨੇ ਸੁਣੀ। ਸਿੱਖ ਹਾਜ਼ਰ ਹੋ ਗਿਆ, ਕਹਿਣ ਲੱਗਾ ਜੀ ਕਿੰਨੇ ਅਸਮੇਧ ਜੱਗਾਂ ਦਾ ਫਲ ਚਾਹੀਦਾ? ਕਹਿਣ ਲੱਗੇ ਤੁਸੀਂ ਪੁਰਸ਼ ਚੰਗੇ ਹੋ, ਸਧਾਰਨ ਜਿਹੇ ਬੰਦੇ ਹੋ, ਤੁਹਾਡੇ ਕੋਲ ਸਮੇਧ ਜੱਗ ਇੱਕ ਕਰਾਉਣਾ ਔਖਾ, ਤੁਸੀਂ ਕਹਿੰਦੇ ਹੋ ਜਿੰਨਿਆਂ ਦਾ ਮਰਜ਼ੀ ਲੈ ਜਾ। ਕਹਿਣ ਲੱਗੇ ਸਾਡੇ ਕੋਲ ਬਹੁਤ ਅਸਮੇਧ ਜੱਗਾਂ ਦਾ ਫਲ, ਅਸੀਂ ਰੋਜ਼ ਹੀ ਕਈ ਅਸਮੇਧ ਜੱਗਾਂ ਦਾ ਫਲ ਇਕੱਠਾ ਕਰਦੇ ਹਾਂ। ਜੀ ਤੁਸੀਂ ਕਿੱਥੋਂ ਕਰਦੇ ਹੋ?
ਕਹਿੰਦੇ ਸਾਡੇ ਸਤਿਗੁਰੂ ਜੀ ਨੇ ਮਿਹਰ ਕੀਤੀ ਏ, ਜਿੰਨੇ ਕਦਮ ਗੁਰੂ ਰਾਮਦਾਸ ਪਿਤਾ ਦੇ ਘਰ ਵੱਲ ਚੱਲ ਕੇ ਜਾਈਏ, ਸੰਗਤ ਕਰੀਏ, ਗੁਰਬਾਣੀ ਪੜ੍ਹੀਏ, ਮਹਾਰਾਜ ਦਾ ਬਚਨ ਕਮਾਈਏ, ਨਾਮ ਜਪੀਏ। ਜਦੋਂ ਕੋਈ ਗੁਰਬਾਣੀ ਪੜ੍ਹਦਾ, ਮਹਾਰਾਜ ਦਾ ਸਿਮਰਨ ਕਰਦਾ, ਗੁਰੂ ਰਾਮਦਾਸ ਪਿਤਾ ਦੇ ਦਰ 'ਤੇ ਹਰਿਮੰਦਰ ਸਾਹਿਬ ਸੰਗਤ ਵਿੱਚ ਜਾ ਕੇ ਬੈਠਦਾ ਏ, ਜਿੰਨੇ ਕਦਮ ਪੁੱਟਦਾ ਓਨੇ ਅਸਮੇਧ ਜਗ ਦਾ ਫਲ ਉਹਨੂੰ ਮਿਲਦਾ ਹੈ। ਕਹਿਣ ਲੱਗੇ ਸੀ ਰੋਜ਼ ਜਾਂਦੇ ਹਾਂ, ਖੁਰ ਕਿੰਨੇ ਕੁ ਸਮੇਧ ਜਗ, ਕਿਉਂਕਿ ਸਾਨੂੰ ਜਗਾਂ ਦਾ ਫਲ ਨਹੀਂ, ਸਾਨੂੰ ਪਰਮਾਤਮਾ ਦੇ ਮਿਲਾਪ ਦਾ ਫਲ ਚਾਹੀਦਾ ਹੈ। ਕਹਿਣ ਲੱਗੇ ਰਾਜਾ ਬੜਾ ਹੈਰਾਨ, ਕਹਿੰਦਾ ਇੱਕ ਦਾ ਦਿਓ ਦਿੱਤਾ, ਉਹ ਠੀਕ ਹੋ ਗਿਆ, ਉਹ ਵੀ ਆ ਗਿਆ। ਕਹਿਣ ਲੱਗੇ ਐਸੇ ਨਹੀਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਚਰਨਾਂ ਵੱਲ ਜਾਈਏ ਤੇ ਉਹਨਾਂ ਦੇ ਚਰਨਾਂ ਵੱਲ ਕਈ ਅਸਮੇਧ ਜਗ ਇੱਕੋ ਇੱਕ ਦਿਨ 'ਚ ਮਿਲਦੇ ਨੇ। ਦੂਜਾ ਉਹਨਾਂ ਨੇ ਇੱਕ ਬਚਨ ਬਹੁਤ ਹੋਰ ਪਿਆਰਾ, ਅਨੇਕਾਂ 'ਚੋਂ ਇੱਕ ਦੋ ਸਾਂਝਾ ਕਰਦੇ ਹਾਂ। ਭਾਈ ਦੇਸ ਰਾਜ ਜੀ ਹੋਏ ਨੇ, ਜਿਨ੍ਹਾਂ ਨੇ ਜਦੋਂ ਅਬਦਾਲੀ ਨੇ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਸੀ ਅਤੇ ਉਹਨਾਂ ਨੇ ਹਰਿਮੰਦਰ ਸਾਹਿਬ ਢਾਹ ਦਿੱਤਾ ਸੀ। ਬਾਅਦ ਵਿੱਚ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਅਤੇ ਬਾਕੀ ਸਾਰੇ ਪੰਥ ਦੇ ਆਗੂ, ਉਹਨਾਂ ਨੇ ਰਲ ਕੇ ਬਹੁਤ ਪੈਸਾ ਇਕੱਠਾ ਕਰਕੇ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਦੁਬਾਰਾ ਉਸਾਰਨਾ ਸੀ ਅਤੇ ਨਾਲ ਸਰੋਵਰ ਦੀ ਸੇਵਾ ਕਰਨੀ ਸੀ। ਉਦੋਂ ਸੇਵਾ ਲਈ 4 ਲੱਖ ਰੁਪਈਆ ਇਕੱਠਾ ਹੋਇਆ ਅਤੇ ਆਖਿਆ ਸੀ ਸੇਵਾ ਕਰਵਾਵੇਗਾ ਕੌਣ? ਉਹ ਸੀ ਭਾਈ ਦੇਸ ਰਾਜ ਜੀ। ਕਹਿੰਦੇ ਤੁਸੀਂ ਇਹ ਸੇਵਾ ਕਰਵਾਓ। ਉਹਨਾਂ ਕਰਵਾਈ ਸੀ। ਭਾਈ ਦੇਸ ਰਾਜ ਜੀ ਕੌਣ ਸਨ? ਬਾਬਾ ਸ਼ਾਮ ਸਿੰਘ ਜੀ ਲਿਖਦੇ ਨੇ, ਉਹਨਾਂ ਕੋਲ ਧਨ ਬਹੁਤ ਸੀ ਪਰ ਸੰਤਾਨ ਕੋਈ ਨਹੀਂ ਸੀ। ਇੱਕ ਦਿਨ ਉਹ ਹਰਿਮੰਦਰ ਸਾਹਿਬ ਗਏ, ਉਹਨਾਂ ਦੇ ਕੰਨਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ ਪਿਆ, ਰਾਗੀ ਸਿੰਘ ਪੜ੍ਹ ਰਹੇ ਸਨ। ਮਨ ਕਹਾਂ ਵਿਸਾਰਿ ਉਹ ਰਾਮ ਨਾਮ, ਤਨ ਬਿਨਸੈ ਜਮ ਸਿਉ ਪਰੈ ਕਾਮ। ਜਦੋਂ ਪੜ੍ਹਿਆ ਨਾ, ਇਹ ਅੰਦਰ ਨੂੰ ਵੱਜ ਗਈ, ਇਹ ਤੀਰ ਬਣ ਕੇ ਵੱਜੀ ਬਾਣੀ। ਸ਼ਬਦ ਵੱਜਾ ਨਾ ਜਦੋਂ ਅੰਦਰ, ਕਹਿਣ ਲੱਗੇ ਮਨਾ ਤੂੰ ਕੀ ਖੱਟਿਆ, ਨਾ ਤਨ ਤੇ ਨਾ ਧਨ ਕਿਸੇ ਕੰਮ ਆਉਣਾ, ਤੂੰ ਕਿੱਧਰ ਤੁਰਿਆ ਫਿਰਦਾ? ਅਮੀਰ ਸੀ ਬਹੁਤ ਹੈ। ਇੰਨਾ ਬੈਰਾਗ ਜਾਗਿਆ। ਪਤਨੀ ਨੂੰ ਕਹਿਣ ਲੱਗੇ ਪਾਗਾਂ ਵਾਲੀਏ ਲਓ, ਜਿੰਨਾ ਪੈਸਾ ਉਰਾਂ ਪਰਾਂ ਜਮਾ ਸਾਰਾ ਇਕੱਠਾ ਕਰਕੇ ਢੇਰ ਲਾਇਆ ਅਤੇ ਕਹਿਣ ਲੱਗੇ ਇਹ ਜੋ ਤੂੰ ਰੱਖਣਾ ਚਾਹਨੀ ਹੈ ਤੂੰ ਰੱਖ ਸਕਦੀ ਏ, ਮੈਂ ਸਾਰੀ ਮਾਇਆ ਗੁਰੂ ਰਾਮਦਾਸ ਪਿਤਾ ਜੀ ਨੂੰ ਭੇਟ ਕਰਕੇ ਬਾਕੀ ਦਾ ਜੀਵਨ ਸੇਵਾ ਵਿੱਚ ਲਗਾਉਣਾ ਚਾਹੁੰਦਾ ਵਾਂ। ਪਤਨੀ ਅੱਗੋਂ ਬੜੀ ਕਰਮਾਂ ਵਾਲੀ ਸੀ। ਕਹਿੰਦੇ ਪਤੀ ਜੀ ਮੈਨੂੰ ਕਾਹਨੂੰ ਵੀ ਛੋੜ ਦਿਓ, ਵੱਖਰਾ ਕਰ ਦਿਓ, ਮੈਂ ਕੀ ਪੈਸਾ ਕਰਨਾ, ਮੇਰਾ ਧਨ ਵੀ ਤੁਸੀਂ ਹੋ ਅਤੇ ਮੇਰਾ ਲੋਕ ਪਰਲੋਕ ਦੇ ਸਾਥੀ ਵੀ ਤੁਸੀਂ ਹੋ, ਮੈਂ ਵੀ ਤੁਹਾਡੇ ਨਾਲ ਸੇਵਾ ਕਰਾਂਗੀ। ਦੋਨਾਂ ਨੇ ਨਾ ਉਹ ਜ਼ਮਾਨੇ ਦਾ ਲੱਖ ਤੋਂ ਉੱਪਰ ਪੈਸਾ ਇਕੱਠਾ ਹੋਇਆ ਸਾਰਾ, ਗੁਰੂ ਰਾਮਦਾਸ ਪਿਤਾ ਦੇ ਚਰਨਾਂ 'ਚ ਅਰਦਾਸ ਕਰਕੇ ਕਹਿਣ ਲੱਗੇ ਲਓ ਸਤਿਗੁਰੂ ਜੀਓ, ਇਹ ਪੈਸਾ ਜਿੰਨਾ ਸੀ ਮੈਂ ਭੇਟ ਕਰਦਾ, ਪਰ ਮੈਨੂੰ ਸ਼ਰਮ ਆਉਂਦੀ, ਤੁਹਾਡਾ ਹੀ ਸੀ। ਪਹਿਲੀ ਗੱਲ ਪੈਸਾ ਝੂਠਾ, ਦੂਜਾ ਮੇਰਾ ਨਹੀਂ, ਮੈਂ ਐਵੇਂ ਹੱਕ ਬਣਾਇਆ ਸੀ, ਲੱਜਿਆ ਆ ਰਹੀ ਏ, ਪਰ ਜੋ ਦਿੱਤਾ ਹੈ ਤੇਰਾ ਅਤੇ ਤੇਰੀ ਸੇਵਾ ਵਿੱਚ ਲੱਗ ਜਾਵੇ, ਮਹਾਰਾਜ ਜੀ ਨੂੰ ਪ੍ਰਵਾਨ ਕਰਨਾ। ਬਸ ਉਹ ਪੈਸਾ ਰੱਖ ਕੇ ਸਰੋਵਰ ਅਤੇ ਪਰਕਰਮਾ ਖੂਨ ਵਾਂਗੂ ਨਹੀਂ ਸਨ, ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਉਦੋਂ ਜਿਵੇਂ ਜਿਵੇਂ ਕਰਪਾਣ ਹੁੰਦੀ ਸੀ, ਤਾਂ ਹੀ ਪੰਥ ਨੇ ਇਹਨਾਂ ਨੂੰ ਸੇਵਾ ਦਿੱਤੀ ਨਾ, ਸੇਵਾ ਕਰਦੇ ਸਨ। ਘਰ ਦੀ ਨਾ ਰਸੋਈ ਦੇ ਇੱਕ ਦਿਨ ਮੀਂਹ ਪਿਆ ਅਤੇ ਛੱਤ ਡਿੱਗ ਪਈ ਅਤੇ ਪਤਨੀ ਕਹਿਣ ਲੱਗੀ ਵੀ ਛੱਤ ਪਾਣੀ ਹੈ। ਪੈਸੇ ਤਾਂ ਇਹਨਾਂ ਦੇ ਕੋਲ ਹੀ ਸਨ, ਉਹਦੇ 'ਚੋਂ ਕੱਢ ਕੇ ਸੇਵਾ ਵਿੱਚ ਲਾਉਂਦੇ ਸੀ ਸਾਰੇ। ਕਹਿਣ ਲੱਗੇ ਭਾਗਾਂ ਵਾਲੀਏ ਵੇਖੀ ਕਿਧਰੇ, ਇਹ ਹੁਣ ਪੈਸੇ ਦਾ ਹੱਕ ਸਾਡਾ ਨਹੀਂ, ਇਹ ਗੁਰੂ ਸੰਗਤ ਦਾ ਹੋ ਗਿਆ। ਜੇ ਪੈਸਾ ਵੇਖੀ ਸੰਗਤ ਦਾ ਪੈਸਾ ਨਾ ਖਾਈ। ਰਸੋਈ ਦੀ ਛੱਤ ਪੈਂਦੀ ਆ ਪਵੇ, ਨਹੀਂ ਪੈਂਦੀ ਨਾ ਪਵੇ, ਪਰ ਇੱਥੋਂ ਪੈਸਾ ਨਹੀਂ ਜਾਣ ਦੇਣਾ। ਬਹੁਤ ਕਮਾਲ ਦਾ ਸੀ ਜੀਵਨ ਭਾਈ ਸਾਹਿਬ ਭਾਈ ਦੇਸ ਰਾਜ ਜੀ ਦਾ, ਜਿਨ੍ਹਾਂ ਨੇ ਜ਼ਿੰਦਗੀ ਭਰ ਪੂਰੇ ਦਾ ਪੂਰਾ ਹੀ ਸਮਾਂ ਜਿਹੜਾ ਹੈ ਨਾ ਉਹ ਲਾ ਦਿੱਤਾ ਗੁਰੂ ਰਾਮਦਾਸ ਪਿਤਾ ਜੀ ਦੀ ਸੇਵਾ 'ਚ। ਜਿਉਂ ਜਿਉਂ ਲਾਂਦੇ ਰੰਗ ਚੜ੍ਹਦੇ। ਪੰਥ ਦੀਆਂ ਸੀਸਾਂ ਬੜੀਆਂ ਮਿਲੀਆਂ ਸੀ। ਜਦੋਂ ਪੰਥ ਨੇ ਏਡੀ ਵੱਡੀ ਸੇਵਾ ਦਿੱਤੀ, ਉਹਨਾਂ ਕਰਾਈ, ਫਿਰ ਇੱਥੇ ਨੇ ਅੰਤ ਨੂੰ ਪਰਮ ਗਤੀ ਹੋਈ। ਅਤੇ ਉਹਨਾਂ ਤੋਂ ਬਾਅਦ ਤਰਨ ਪਤਨੀ ਵੀ ਸਾਹਿਬ ਦੇ ਚਰਨਾਂ ਵਿੱਚ ਜਾ ਬਿਰਾਜੀ। ਬਾਬਾ ਸ਼ਾਮ ਸਿੰਘ ਜੀ ਕਹਿੰਦੇ ਸਨ, ਬੋਲਿਓ
ਗੁਰੂ ਰਾਮਦਾਸ ਪਿਤਾ ਦਾ ਦਰ ਨਾ ਕਦੇ ਛੱਡਿਓ। ਇੱਥੋਂ ਤੇ ਆ ਕੇ ਉਹ ਕੁਛ ਮਿਲਦਾ ਜੋ ਕੁਛ ਤੁਸੀਂ ਕਦੇ ਸੋਚ ਨਹੀਂ ਸਕਦੇ। ਲੋਕ ਦੇ ਸੁੱਖ ਲੈ ਲਓ, ਪਰਲੋਕ ਦੇ ਲੈ ਲਓ। ਇੱਕ ਵਾਰ ਨਾ ਜਿਸ ਸਥਾਨ 'ਤੇ ਰਹਿੰਦੇ ਸੀ, ਜਿਸ ਡੇਰੇ 'ਚ ਪਹਿਲਾਂ, ਉਹ ਸੀ ਭਾਈ ਕਲਿਆਣ ਦਾਸ ਜੀ ਹੋਰੀ ਉੱਥੇ ਸੇਵਾ ਕਰਦੇ ਸਨ। ਇੱਕ ਵਾਰ ਮੁਲਤਾਨ ਤੋਂ ਭਾਈ ਕਿਸ਼ਨ ਚੰਦ ਜੀ ਆਏ। ਉਹ ਕਹਿਣ ਲੱਗੇ ਡੇਰੇ ਦਾ ਹੱਕ ਸਾਡਾ ਹੈ। ਇਸ ਕਰਕੇ ਉਹਨਾਂ ਨੇ ਕੇਸ ਕਰ ਦਿੱਤਾ। ਭਾਈ ਕਲਿਆਣ ਦਾਸ ਜੀ ਨੇ ਬਾਬਾ ਜੀ ਹੋਰਾਂ ਨੂੰ ਬੇਨਤੀ ਕੀਤੀ, ਕਿਉਂਕਿ ਭਾਈ ਕਲਿਆਣ ਦਾਸ ਜੀ ਰੋਜ਼ 1 ਰੁਪਈਆ ਸੇਵਾ 'ਚ ਪਾਉਂਦੇ ਸੀ ਅਤੇ ਆਟਾ ਲਿਆ ਕੇ ਇਸ ਸਥਾਨ 'ਤੇ ਪਾਉਂਦੇ ਸੀ। ਉਹ ਚਾਹੁੰਦੇ ਸੀ ਮੰਨਤੀ ਸਾਡੇ ਕੋਲ ਆਵੇ। ਉਹ ਉੱਧਰ ਕੋਈ ਸੇਵਾ ਕਰਦਾ ਸੀ, ਉਹ ਚਾਹੁੰਦਾ ਸੀ ਮੇਰਾ ਹੱਕ ਬਣਦਾ। ਉਹਨੇ ਨਾ ਬਾਬਾ ਜੀ ਨੂੰ ਬੇਨਤੀ ਕਰ ਦਿੱਤੀ ਭਾਈ ਕਲਿਆਣ ਦਾਸ ਜੀ ਨੇ ਵੀ ਮੇਰੀ ਮਦਦ ਕਰੋ, ਕੇਸ ਮੈਂ ਜਿੱਤ ਜਾਵਾਂ, ਮੇਰੀ ਅਰਦਾਸ ਕਰੋ। ਬਾਬਾ ਜੀ ਨੂੰ ਬਹੁਤ ਬੁਰਾ ਲੱਗਾ। ਅਰਦਾਸ ਕੀਤੀ, ਕਹਿਣ ਲੱਗੇ ਹੇ ਗੁਰੂ ਰਾਮਦਾਸ ਪਿਤਾ ਮਹਾਰਾਜ ਜੀਓ, ਇਹ ਸੇਵਾ ਕਰਤੇ ਨੇ, ਇਹ ਝੂਠੀ ਮਾਇਆ ਦੇ ਬਦਲੇ ਸੱਚਾ ਧਨ ਮੰਗਣ ਦੀ ਬਜਾਏ ਇਹ ਝੂਠੀ ਮਾਇਆ ਮੰਗ ਰਹੇ ਨੇ। ਬਾਕੀ ਤੁਹਾਡੀ ਮਰਜ਼ੀ ਜੋ ਇਹਨੂੰ ਦੇਣਾ ਹੈ ਤੁਸੀਂ ਉਹ ਦਿਓ। ਉਹ ਭਾਈ ਕਿਸ਼ਨ ਚੰਦ ਜੀ ਚਲੇ ਗਏ। ਉਹ ਲੜਾਈ ਖਤਮ ਹੋ ਗਈ। ਉਹਨਾਂ ਕੋਲ ਅਸਥਾਨ 'ਤੇ ਆਇਆ, ਪਰ ਬਾਬਾ ਜੀ ਉੱਥੇ ਉਸ ਤੋਂ ਬਾਅਦ ਰਹੇ ਨਹੀਂ। ਕਹਿਣ ਲੱਗੇ ਇੱਥੇ ਤਾਂ ਮਾਇਆ ਦੀ ਪਕੜ ਜ਼ਮੀਨ ਦੀ ਹੈ, ਇੱਥੇ ਤਾਂ ਗੁਰੂ ਸ਼ਬਦ ਦੀ ਪਕੜ ਚਾਹੀਦੀ ਸੀ। ਇਸ ਕਰਕੇ ਉਹ ਤੇ ਇਹਨਾਂ ਕੋਲ ਹੈ ਨਹੀਂ। ਇਹੋ ਜਿਹੇ ਉਪਦੇਸ਼ ਕਰਿਆ ਕਰਦੇ ਸਨ। ਉਹਨਾਂ ਦਾ ਸਾਰੇ ਜੀਵਨ ਬੜੇ ਕਮਾਲ ਦਾ ਹੈ। ਜਦੋਂ ਪੜ੍ਹੀਦਾ ਤੇ ਹੈਰਾਨ ਹੋਈਦਾ ਵੀ ਝੂਠੀ ਮਾਇਆ ਲਈ ਅਰਦਾਸ ਕਰਾਉਣੀ। ਪਿਆਰਿਓ, ਫਿਰ ਖੋਰ, ਕਿਉਂਕਿ ਲੰਗਰ ਜਦੋਂ ਪੱਕਦੇ ਸੀ ਅਤੇ ਉਦੋਂ ਬਾਲਣ ਦੀ ਘਾਟ ਗੋਬਰ ਨਾਲ ਪਾਥੀਆਂ ਜਾਂ ਥੱਪੜੀਆਂ ਆਪ ਥੱਪਿਆ ਕਰਦੇ ਸਨ। ਬਾਕੀ ਸੇਵਾਦਾਰਾਂ ਨੂੰ ਲਾ ਕੇ ਕਹਿਣਾ ਜੀ ਹੁਣ ਪਾਥੀਆਂ ਨਾ ਥੱਪਿਆ ਕਰੋ। ਕਹਿਣ ਲੱਗੇ ਪੋਲੇ ਓਏ ਪਾਥੀਆਂ ਸੁੱਕਦੀਆਂ ਨੇ, ਲੰਗਰ 'ਚ ਪੈਂਦੀਆਂ ਨੇ, ਲੰਗਰ ਸੰਗਤਾਂ ਛਕਦੀਆਂ ਨੇ, ਕਿੰਨੀਆਂ ਅਸੀਸਾਂ ਮਿਲਦੀਆਂ ਨੇ, ਇਹ ਕਾਹਨੂੰ ਤੁਸੀਂ ਬੰਦ ਕਰਾਉਂਦੇ ਹੋ। ਪਰ ਦੂਜੇ ਪਾਸੇ ਵੀ ਧਿਆਨ ਰੱਖਦੇ ਸੀ ਕਿਧਰੇ ਅਧਰਮ ਦੀ ਕਮਾਈ ਨਾ ਇੱਥੇ ਆ ਜਾਵੇ। ਉਹ ਭਾਵੇਂ ਆਪਾਂ ਪਰਿਵਾਰਾਂ ਵਾਲੇ ਹਾਂ, ਘਰ ਆਵੇ ਚਾਹੇ ਕਿਸੇ ਗੁਰੂ ਘਰ ਆਵੇ, ਪਿਆਰਿਓ ਉਹ ਨੁਕਸਾਨ ਕਰਦੀ ਹੈ ਜਿਹੜੀ ਪਰਾਏ ਹੱਕ ਦੀ ਮਾਇਆ। ਇੱਕ ਦਿਨ ਆਪਣੇ ਸਥਾਨ 'ਤੇ ਉੱਪਰ ਕਮਰੇ ਵਿੱਚ ਸਨ। ਸੇਵਾਦਾਰ ਕੋਲ ਬੈਠਾ ਸੀ। ਕਹਿਣ ਲੱਗੇ ਠਾਕੁਰ ਸਿੰਘ ਜਾ, ਇੱਕ ਬੰਦਾ ਆ ਰਿਹਾ ਮਾਇਆ ਲੈ ਕੇ, ਉਹਨੂੰ ਪੌੜੀ ਨਾ ਚੜ੍ਹਨ ਦੇਵੀਂ, ਬਾਹਰੋਂ ਹੀ ਮੋੜ ਦੇਵੀਂ, ਅਸੀਂ ਗੱਲ ਨਹੀਂ ਕਰਨਾ ਚਾਹੁੰਦੇ। ਤਾਂ ਹੀ ਅਜੇ ਥੋੜ੍ਹਾ ਚਿਰ ਬਾਅਦ ਉਹ ਆਦਮੀ ਆ ਗਿਆ। ਉਹ ਕਹਿਣ ਲੱਗਾ ਬਾਬਾ ਜੀ ਨੂੰ ਮਿਲਣਾ। ਕਹਿਣ ਲੱਗੇ ਜੀ ਨਹੀਂ ਤੁਸੀਂ ਮਿਲ ਨਹੀਂ ਸਕਦੇ, ਉਹ ਅਜੇ ਨਹੀਂ, ਫਿਰ ਕਿਧਰੇ ਆਉਣਾ। ਕਹਿਣ ਲੱਗਾ ਮੈਂ 500 ਰੁਪਈਆ ਭੇਟਾ ਕਰਨਾ ਹੈ, ਮੈਂ ਦੇ ਕੇ ਜਾਣਾ। ਉਹ ਕਹਿਣ ਲੱਗੇ ਨਹੀਂ, ਬਾਬਾ ਜੀ ਉਹਨਾਂ ਨੇ ਮਨਾ ਕੀਤਾ ਸੀ ਦੇਣਾ। ਜਦੋਂ ਚਲਾ ਗਿਆ ਨਾ, ਸੇਵਾਦਾਰ ਪੁੱਛਦੇ ਬਾਬਾ ਜੀ ਮਾਇਆ ਦੀ ਇੰਨੀ ਲੋੜ ਹੈ, ਸੰਗਤ ਦਿਨੇ ਰਾਤ ਇੱਥੇ ਆਉਂਦੀ ਹੈ ਅਤੇ ਤੁਸੀਂ ਕਿਉਂ ਨਹੀਂ ਉਹ ਪ੍ਰਵਾਨ ਕੀਤੀ, ਹੁਣ ਪਹਿਲਾਂ ਹੀ ਮੋੜ ਦਿੱਤਾ। ਕਹਿਣ ਲੱਗੇ ਉਹਦੀ ਕਮਾਈ ਆਪਣੀ ਨਹੀਂ ਸੀ, ਅਧਰਮ ਦੀ ਸੀ। ਸਾਨੂੰ ਪਹਿਲਾਂ ਹੀ ਗੁਰੂ ਰਾਮਦਾਸ ਸਾਹਿਬ ਨੇ ਦਿਖਾਇਆ ਹੋਇਆ ਸੀ, ਜੇ ਉਹ ਆ ਜਾਂਦੀ ਤਾਂ ਉਹਨੇ ਨੁਕਸਾਨ ਕਰਨਾ ਸੀ ਬਹੁਤ ਜ਼ਿਆਦਾ, ਤੁਹਾਡੀ ਮੱਤ ਮਾਰੀ ਜਾਣੀ ਸੀ, ਖੁਰੇ ਕਿੰਨਾ ਕਲੇਸ਼ ਪੈਣਾ ਸੀ। ਇਸ ਕਰਕੇ ਉਹ ਮਾਇਆ ਪ੍ਰਵਾਨ ਨਹੀਂ ਕੀਤੀ ਗਈ। ਇਸ ਲਈ ਪਿਆਰਿਓ ਇਹ ਹੀ ਨਹੀਂ, ਦੂਜਾ ਪੱਖ ਇਹ ਸੀ, ਇੱਕ ਦਿਨ ਇੱਕ ਆਦਮੀ ਨੇ 4-5 ਦਿਨਾਂ ਤੋਂ ਨਹੀਂ ਆਉਣਾ ਬਾਬਾ ਜੀ ਕੋਲ, ਜਿੱਥੇ ਸੰਗਤ 'ਚ ਬਹਿ ਕੇ ਬੋਲਣਾ ਕੁਛ ਨਹੀਂ। ਪਹਿਲਾਂ ਪੈਸੇ ਵਾਲਾ ਸੀ, ਉਹ ਗਰੀਬ ਹੋ ਗਿਆ। ਉਹ ਕੁਛ ਕਹਿਣਾ ਚਾਹੁੰਦਾ ਸੀ ਪਰ ਉਹ ਕਹਿ ਨਹੀਂ ਸਕਦਾ, ਵਾਪਸ ਮੁੜ ਜਾਣਾ। ਬਾਬਾ ਜੀ ਨੇ ਅੱਜ ਉਚੇਚਾ 600 ਰੁਪਈਆ ਮੰਗਾਇਆ। ਜਿੱਥੇ ਥੱਲੇ ਬਹਿੰਦੇ ਸੀ ਉਸ ਗਦੇਲੇ ਦੇ ਥੱਲੇ ਹੀ ਨਾਲ ਰੱਖ ਕੇ, ਅਤੇ ਆਪ ਨਾ ਹੌਲੀ ਜਿਹੀ ਉੱਠ ਕੇ ਬਹਾਨਾ ਪਾ ਕੇ ਚਲੇ ਗਏ। ਸੇਵਾਦਾਰ ਜਿਹੜੇ ਸੀ ਉਹਨਾਂ ਨੂੰ ਵੀ ਬੁਲਾ ਲਿਆ, ਕਿਸੇ ਸੇਵਾ ਚਲਾ ਦਿੱਤਾ। ਉਹ ਬੰਦਾ ਬੈਠਾ ਸੀ, ਉਹਨੇ ਵੇਖਿਆ ਕੋਲ ਕੋਈ ਨਹੀਂ, ਗਦੇ ਚਲੋ ਪੈਸੇ ਚੁੱਕੇ ਅਤੇ ਲੈ ਗਿਆ। ਥੋੜ੍ਹੇ ਕੁ ਸਮੇਂ ਬਾਅਦ ਆਏ। ਸੇਵਾਦਾਰ ਕਹਿੰਦੇ ਤੇ ਪੈਸੇ ਪਏ ਸੀ, ਉਹ ਕੌਣ ਲੈ ਗਿਆ? ਕਹਿਣ ਲੱਗੀ ਕੋਈ ਬੰਦਾ ਸੀ, ਉਹ ਲਗਿਆ ਹੋਣਾ ਹੈ, ਛੇਤੀ ਲਿਆਓ ਉਹਨੂੰ ਪਕੜੋ। ਬਾਬਾ ਜੀ ਕਹਿੰਦੇ ਨਹੀਂ, ਕੁਛ ਨਹੀਂ ਕਹਿਣਾ, ਜੋ ਲੈ ਗਿਆ ਹੋਏਗਾ ਤਾਂ ਠੀਕ ਹੈ, ਸ਼ੱਕ ਨਹੀਂ ਕਰਨਾ ਬਿਲਕੁਲ ਹੀ। ਸੇਵਾਦਾਰ ਹਟੇ ਨਾ। ਕਹਿਣ ਲੱਗੇ ਉਹ ਸਾਨੂੰ ਪਤਾ ਸੀ,
ਉਹ 5-4 ਦਿਨਾਂ ਤੋਂ ਇੱਥੇ ਬੈਠ ਕੇ ਅਰਦਾਸ ਕਰ ਰਿਹਾ ਸੀ, ਮੈਨੂੰ ਇੱਕ ਵਾਰੀ 600 ਰੁਪਈਆ ਮਿਲ ਜਾਏ, ਉਹਦੇ ਨਾਲ ਮੈਂ ਕੰਮ ਸ਼ੁਰੂ ਕਰਕੇ ਤੇ ਫਿਰ ਮੈਂ ਆਪਣਾ ਅੱਗੋਂ ਰੋਟੀ ਪਾਣੀ ਤੋਰ ਸਕਦਾ, ਪਰ ਮੰਗਾਂ ਕਿਹਦੇ ਕੋਲੋਂ? ਇੱਥੋਂ ਮੰਗਾਂ ਤੇ ਮੈਨੂੰ ਸ਼ਰਮ ਆਉਂਦੀ ਏ, ਕਹਿਣਗੇ ਇੱਥੋਂ ਪੈਸੇ ਮੰਗਦਾ। ਉਹਦਾ ਪਰਦਾ ਵੀ ਕੱਜਣਾ ਸੀ, ਇਸ ਕਰਕੇ ਉਹ ਸਾਡਾ ਆਪਣੇ ਕੌਤਕ ਸੀ। ਕਦੇ ਨਹੀਂ ਸੋਚਣਾ ਉਹ ਚੋਰੀ ਨਹੀਂ ਉਹਨੇ ਕੀਤੀ, ਅਸੀਂ ਆਪ ਸੁਭਾਅ ਬਣਾ ਕੇ ਉਹਨੂੰ ਦਿੱਤਾ ਹੈ। ਇਸ ਤਰ੍ਹਾਂ ਸਾਨੂੰ ਉਹਨਾਂ ਦਾ ਸੁਭਾਅ ਸੀ ਵੀ ਕਿਵੇਂ ਸਾਰਿਆਂ ਨੂੰ ਪਿਆਰ ਦੇਣਾ, ਦਾਤਾਂ ਵੀ ਵੰਡਣੀਆਂ। ਅਨੇਕਾਂ ਆਏ, ਇੱਕ ਨਹੀਂ। ਇੱਕ ਵਾਰ ਸਰਦਾਰ ਅਜੀਤ ਸਿੰਘ ਜੀ ਸਨ ਅਟਾਰੀ ਵਾਲੇ, ਉਹ ਚੜ੍ਹਾਈ ਕਰ ਗਏ। ਉਹਨਾਂ ਦਾ ਬੱਚਾ ਸੀ 1 ਸਾਲ ਦਾ। ਅੰਗਰੇਜ਼ ਗੌਰਮੈਂਟ ਉਹਨਾਂ ਨੂੰ ਕਾਫੀ ਸਾਰੀ ਪੈਸਾ ਟਕਾ ਜਗੀਰਾਂ ਦਿੱਤੀਆਂ ਸੀ। ਇੱਕੋ ਹੀ ਪੁੱਤਰ ਜਦੋਂ ਬਿਮਾਰ ਹੋ ਗਿਆ ਤੇ ਸਰਦਾਰਨੀ ਬਹੁਤ ਘਬਰਾ ਗਈ, ਕਹਿਣ ਲੱਗੀ ਜਦੋਂ ਪੁੱਤਰ ਗਿਆ ਤੇ ਜਾਇਦਾਦਾਂ ਵੀ ਜ਼ਬਤ ਹੋ ਜਾਣੀਆਂ ਨੇ। ਹਰਿਮੰਦਰ ਸਾਹਿਬ ਆਈ, ਬਹੁਤ ਰੋਵੇ ਕੁਰਲਾਵੇ। ਉਹਨਾਂ ਨੇ ਆਖਿਆ ਬੀਬਾ ਸੇਵਾਦਾਰ ਕਹਿੰਦਾ ਵੀ ਤੂੰ ਬਾਬਾ ਸ਼ਾਮ ਸਿੰਘ ਜੀ ਨੂੰ ਬੇਨਤੀ ਕਰ, ਪਰ ਸਿੱਧੀ ਨਾ ਕਰੀ। ਉਹ ਸ਼ਬੀਲ 'ਤੇ ਸੇਵਾ ਕਰਦੇ ਨੇ ਇੰਨੇ ਵਜੇ। ਜਦੋਂ ਸਵੇਰ ਸੇਵਾ ਤੋਂ ਨਿਕਲਣਗੇ ਨਾ, ਉਹ ਪੌੜੀਆਂ ਚੜ੍ਹਨੀਆਂ, ਅਤੇ ਪੌੜੀਆਂ 'ਚ ਇਸ ਬੱਚੇ ਨੂੰ ਲਿਟਾ ਕੇ ਤੇ ਤੂੰ ਥੋੜ੍ਹਾ ਪਾਸੇ ਹੋ ਜਾਏ। ਪਾਸੇ ਹੋ ਗਈ, ਉਹਨੇ ਲਿਟਾਇਆ। ਬਾਬਾ ਜੀ ਆਏ, ਬੱਚਾ ਰੋ ਰਿਹਾ ਸੀ, ਸਾਲ ਦਾ ਛੋਟਾ ਜਿਹਾ ਬੱਚਾ ਇਕੱਲਾ ਪਿਆ। ਕਹਿਣ ਲੱਗੇ ਜੀ ਵਾਹਿਗੁਰੂ ਵਾਹਿਗੁਰੂ, ਇਹ ਬੱਚਾ ਇਕੱਲਾ ਹੀ ਹੈ। ਕਹਿੰਦੇ ਜੀ ਇੱਥੇ ਹੀ ਪਿਆ, ਸੇਵਾਦਾਰ ਨੂੰ ਨਹੀਂ ਸੀ ਪਤਾ ਨਹੀਂ ਵਿਚਾਰਾ ਦੁਖੀ ਹੈ। ਕਹਿਣ ਲੱਗੇ ਜਾਓ ਇਹਨੂੰ ਚਰਨ ਗੰਗਾ ਦਾ ਜਲ ਲਿਆ ਕੇ ਇਸ਼ਨਾਨ ਕਰਾਓ, ਜਿੱਥੇ ਸੰਗਤਾਂ ਚਰਨ ਧੋ ਕੇ ਅੰਦਰ ਜਾਂਦੀਆਂ। ਇਸ਼ਨਾਨ ਕਰਾਇਆ, ਬੱਚਾ ਨਵਾਂ ਨਰੋਆ। ਮਾਂ ਲੈ ਗਈ। ਜ਼ਿੰਦਗੀ ਭਰ ਉਹ ਸਦਾ ਹੀ ਅਸਥਾਨ 'ਤੇ ਆ ਕੇ ਉਹ ਸੇਵਾ ਕਰਦੀ ਰਹੀ ਤੇ ਅਹਿਸਾਨ ਮੰਨਦੇ ਰਹੇ। ਮੇਰੇ ਕਹਿਣ ਤੋਂ ਮੁਰਾਦ ਅਨੇਕਾਂ ਕੌਤਕ ਰਚਦੇ ਹੋਏ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੂੰ ਬੇਨਤੀ ਕੀਤੀ ਸੀ। ਅੰਮ੍ਰਿਤਸਰ ਆਓ, ਜਿਸ ਅਸਥਾਨ 'ਤੇ ਠਹਿਰੇ ਸੀ ਨਾ ਬੁੰਗੇ ਵਿੱਚ, ਇੱਕ ਦਿਨ ਬੈਂਡ ਵਾਜਿਆਂ ਨਾਲ ਜਾ ਕੇ ਥੱਲੇ ਖਲੋਏ। ਸਮਾਧੀ ਵਿੱਚ ਸਨ। ਉਹਨਾਂ ਨੂੰ ਆਵਾਜ਼ਾਂ ਬੈਂਡ ਵਾਜਿਆਂ ਨਾਲ ਸਮਾਧੀ ਖੁਲਾ ਕੇ ਬਹੁਤ ਸਾਰੇ ਬਦਾਮ, ਗਰੀਆਂ, ਸ਼ਵਾਰ ਇਹ ਭੇਟ ਕਰਕੇ ਬੇਨਤੀ ਕੀਤੀ ਜੀ ਜਿਹੜੀ ਡਿਊਟੀ ਲੈ ਕੇ ਆਇਓ ਉਹ ਸੇਵਾ ਆਰੰਭ ਕਰੋ। ਹੁਣ ਇਕੱਲੇ ਬੈਠਣ ਦਾ ਤੁਹਾਡਾ ਵਕਤ ਨਹੀਂ, ਲੋਕਾਈ ਨੂੰ ਜੋੜੋ। ਬਹੁਤ ਪਿਆਰ ਕਰਿਆ ਕਰਦੇ ਸਨ ਸੰਤ ਬਾਬਾ ਸ਼ਾਮ ਸਿੰਘ ਜੀ, ਪਰ ਗੁਰੂ ਰਾਮਦਾਸ ਪਿਤਾ ਦਾ ਦਰ ਨਹੀਂ ਸੀ ਛੱਡਣਾ ਚਾਹੁੰਦੇ। ਇੱਕ ਵਾਰ ਰਾਜਾ ਰਿਪਦਮਨ ਸਿੰਘ ਉਹਦੇ ਘਰ ਪੁੱਤਰ ਹੋਇਆ ਅਤੇ ਉਹਦਾ ਜਨਮ ਸੰਸਕਾਰ ਕਰਨਾ ਸੀ, ਉਹਨੂੰ ਅੰਮ੍ਰਿਤ ਦੀ ਦਾਤ ਦੇਣੀ ਸੀ। ਉਹਨੇ ਸਾਰੇ ਮਹਾਂਪੁਰਖ ਬੁਲਾਏ। ਬਾਬਾ ਜੀ ਹੋਰਾਂ ਨੂੰ ਵੀ ਬੇਨਤੀ ਕਰਨੀ ਸੀ। ਸਰਦਾਰ ਬਸ਼ੇਸ਼ਰ ਸਿੰਘ ਗਰੇਵਾਲ ਹੋਏ ਪ੍ਰੇਮੀ ਸਨ, ਅਤੇ ਉਹਨਾਂ ਨੇ ਦੇ ਰਾਹੀਂ ਜਦੋਂ ਬੇਨਤੀ ਕੱਲੀ, ਪਹਿਲਾਂ ਇਕੱਲੇ ਉਹਨਾਂ ਨੇ ਨਾ ਕੀਤੀ। ਜਦੋਂ ਉਹ ਆਇਆ ਅਤੇ ਉਹਨਾਂ ਨੇ ਬੇਨਤੀ ਕੀਤੀ ਅਤੇ ਬਾਬਾ ਜੀ ਝਿੜਕੀ, ਕਹਿਣ ਲੱਗੇ ਤੂੰ ਚੰਗਾ ਸਾਡਾ ਸੇਵਾਦਾਰ ਹੈ, ਉਹ ਗੁਰੂ ਰਾਮਦਾਸ ਪਿਤਾ ਦੇ ਘਰ ਤੋਂ ਛੁਡਾ ਕੇ ਕਿ ਝੂਠੇ ਤੂੰ ਸਰਕਾਰ ਕੋਲ ਸਾਨੂੰ ਲੈ ਕੇ ਜਾਣਾ ਹੈ, ਜਾ ਭੱਜ ਜਾ। ਇਸ ਤਰ੍ਹਾਂ ਦੀ ਗਲਤੀ ਮੁੜ ਕੇ ਨਹੀਂ ਕਰਨੀ। ਬਾਬਾ ਜੀ ਗਏ। ਇੱਕ ਦਿਨ ਵੀ ਹਰਿਮੰਦਰ ਸਾਹਿਬ ਨਾਲ ਤੋਂ ਪਰਾਂ ਕੋਣਾ ਉਹਨਾਂ ਨੂੰ ਜਾਪਦਾ ਸੀ ਵੀ ਬਹੁਤ ਹੈ, ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ। ਇੱਕ ਵਾਰ ਪਤਾ ਨਹੀਂ ਕੀ ਉਹਨਾਂ ਦੀ ਮੌਜ ਸੀ, ਕਹਿੰਦੇ ਆਪਾਂ ਨਾ ਹਰਿਦੁਆਰ ਗੰਗਾ 'ਚ ਇਸ਼ਨਾਨ ਕਰਨ ਜਾਣਾ। ਸੰਗਤ ਬਹੁਤ ਤਿਆਰ ਹੋ ਗਈ, ਰੇਲ ਗੱਡੀ ਰਾਹੀਂ ਕਿਧਰੋਂ ਘੁੰਮ ਘੁਮਾ ਕੇ ਗਏ। ਜਾਂਦਿਆਂ ਸਾਰ ਗੰਗਾ 'ਚ ਇਸ਼ਨਾਨ ਕਰਕੇ ਜੇ ਸੰਗਤ ਸਟੇਸ਼ਨ ਤੋਂ ਆ ਰਹੀ ਸੀ ਕੁਝ, ਕਹਿੰਦੇ ਚਲੋ ਚੱਲੀਏ। ਸੰਗਤ ਬੜੀ ਹੈਰਾਨ ਵੀ ਇਹ ਕੀ ਹੋਇਆ, ਹੁਣੇ ਆਏ ਵੀ ਇੰਨੀ ਦੂਰੋਂ ਅਤੇ ਸਾਨੂੰ ਕਹਿ ਰਹੇ ਹੋ ਵੀ ਵਾਪਸ ਚੱਲੀਏ, ਅਜੇ ਤਾਂ ਅਸੀਂ ਇਸ਼ਨਾਨ ਵੀ ਨਹੀਂ ਕੀਤਾ। ਕਹਿੰਦੇ ਤੁਹਾਨੂੰ ਇਸ਼ਨਾਨ ਦੀ ਲੋੜ ਨਹੀਂ, ਪ੍ਰਸ਼ਾਦਾ ਵੀ ਕਹਿੰਦੇ ਸਟੇਸ਼ਨ 'ਤੇ ਹੀ ਤਿਆਰ ਕਰੋ ਅਤੇ ਉੱਥੇ ਛਕਾਂਗੇ, ਰਸਤਾਂ ਕੋਲ ਹੁੰਦੀਆਂ ਸੀ। ਕਹਿੰਦੇ ਸਮਝ ਨਹੀਂ ਜੀ ਆਈ, ਐਡੀ ਦੂਰੋਂ ਆਏ ਵੀ ਅਤੇ ਦਰਸ਼ਨ ਵੀ ਕਰਨ ਦਿੱਤੇ ਅਸਥਾਨਾਂ ਦੇ, ਗੰਗਾ ਵਿੱਚ ਇਸ਼ਨਾਨ ਵੀ ਨਹੀਂ ਕਰਨ ਦਿੱਤੇ। ਕਹਿੰਦੇ ਨਹੀਂ ਇਹ ਤਾਂ ਖੇਡ ਸੀ। ਗੰਗਾ 'ਤੇ ਲੋਕ ਭਾਵਨਾ ਰੱਖ ਕੇ ਇਸ਼ਨਾਨ ਕਰਦੇ, ਉਹਨਾਂ ਦੇ ਪਾਪ ਧੋਂਦੀ ਏ, ਪਰ ਹੁਣ ਗੰਗਾ ਵੀ ਥੱਕ ਗਈ ਸੀ। ਉਹਦੀ ਪੁਕਾਰ ਸੀ ਰੱਬ ਕੋਲ, ਕੋਈ ਸਾਧੂ ਆਵੇ ਗੁਰੂ ਰਾਮਦਾਸ ਪਿਤਾ ਜੀ ਤੇਰੇ ਚਰਨਾਂ ਦਾ, ਜਿਹੜਾ ਸਾਡੇ ਵਿੱਚ ਨਹਾ ਕੇ ਮੇਰੀ ਵੀ ਮੈਲ ਧੋ ਜਾਵੇ। ਕਹਿਣ ਲੱਗੇ ਗੁਰੂ ਰਾਮਦਾਸ ਪਿਤਾ ਨੇ ਸਾਡੀ ਸੇਵਾ ਲਾ ਕੇ ਭੇਜ ਦਿੱਤਾ, ਉਹ ਜਾਣੇ। ਬਾਬਾ ਸ਼ਾਮ ਸਿੰਘ ਜੀ ਤੀਰਥਾਂ 'ਤੇ ਇਸ਼ਨਾਨ ਕਰਨ ਨਹੀਂ ਗਏ, ਤੀਰਥਾਂ ਦੀ ਵੀ ਮੈਲ ਧੋਣ ਵਾਸਤੇ ਚਰਨ ਪਾਉਂਦੇ ਨੇ। ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਜਿਤਨੇ ਤੀਰਥ ਦੇਵੀ ਥਾਪੇ
सब तितने लोचें धूर साधु की धाई। वो साधु की धूर लोचते ने, इतने महान सन। प्यारिओ, एक बारी पतालपुरी साहब सेवा लगी सी, आप गए 117 साल ਦੇ ਸਨ ਉਦੋਂ, ਚੱਲ ਫਿਰ ਨਹੀਂ ਸਨ ਸਕਦੇ, ਅਤੇ ਉਦੋਂ ਉਹਨਾਂ ਨੇ ਕੰਧਾੜਿਆਂ 'ਤੇ ਪਹਿਲਾਂ ਤੇ ਉੱਦਾਂ ਲੈ ਕੇ ਚੁੱਕ ਕੇ ਪਹਾੜੀ ਚੜ੍ਹਨੀ ਸੀ, ਅਤੇ ਸੰਗਤ ਨੇ ਵੀ ਜਾਣਾ ਸੀ ਨਾਲ, ਅਤੇ ਸਰਦਾਰ ਬਸ਼ੇਸ਼ਰ ਸਿੰਘ ਜੀ ਨੇ ਆਪਣੇ ਕੰਧਾੜੇ 'ਤੇ ਚੁੱਕ ਲਿਆ। ਚੁੱਕ ਕੇ ਕਹਿਣ ਲੱਗੇ ਵੀ ਸੰਗਤ ਜਾ ਰਹੀ ਏ ਅਤੇ ਮੈਨੂੰ ਕੰਧਾੜੇ ਚੁੱਕਣਾ ਇਹ ਵੀ ਤਾਂ ਗੁਰੂ ਕਾ ਪਿਆਰਾ ਹੈ, ਬੋਝ ਪਾਉਣਾ ਠੀਕ ਨਹੀਂ। ਕਹਿੰਦੇ ਮੈਨੂੰ ਥੱਲੇ ਲਾਓ। ਥੱਲੇ ਲਾ ਕੇ ਇੱਕਦਮ ਆਤਮਿਕ ਸ਼ਕਤੀ ਨਾਲ ਹੀ ਨੌਜਵਾਨ ਦੀ ਤਰ੍ਹਾਂ ਦੌੜ ਕੇ ਪਹਾੜੀ ਚੜ੍ਹ ਗਏ। ਸੰਗਤ ਹੱਸ ਦੂਰੀ ਹੋਵੇ ਕਿ ਕਹਿਣ ਲੱਗੇ ਸੀ ਸੰਗਤ 'ਤੇ ਬੋਝ ਨਹੀਂ ਸੀ ਪਾਉਣਾ। ਦੁਬਾਰਾ ਫਿਰ ਉਸੇ ਤਰ੍ਹਾਂ ਹੀ ਸਰੀਰ, ਉਹਨਾਂ ਦੀ ਮੌਜ, ਪਰ ਉਹਨਾਂ ਦਾ ਜਿਹੜਾ ਮੁੱਖ ਕੰਮ ਸੀ ਉਹ ਗੁਰੂ ਰਾਮਦਾਸ ਪਿਤਾ ਦੇ ਘਰ ਨਾਲ ਜੁੜਨਾ ਅਤੇ ਜੋੜਨਾ। ਇਹਨਾਂ ਦੀ ਪ੍ਰੇਰਨਾ ਸੀ ਸੰਤ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ, ਸੰਤ ਬਾਬਾ ਸਾਧੂ ਸਿੰਘ ਜੀ ਨਾਲ ਮਿਲ ਕੇ ਵੱਖ-ਵੱਖ ਅਸਥਾਨਾਂ ਦੀ ਸੇਵਾ ਕਰਵਾਉਣੀ। ਇਹੋ ਜਿਹੇ ਪਿਆਰ ਵਾਲੇ ਸਨ। ਜਦੋਂ ਗੁਰੂ ਕੇ ਪਿਆਰਿਓ 17 ਜੂਨ 1923 ਨੂੰ ਹਰਿਮੰਦਰ ਸਾਹਿਬ ਸਰੋਵਰ ਦੀ ਕਾਰ ਸੇਵਾ ਹੋਣੀ ਸੀ, ਉਦੋਂ ਇਹ ਸੇਵਾ ਦਾ ਮੁੱਖ ਸੇਵਾਦਾਰ ਸੌਂਪੀ ਸੀ ਸੰਤ ਬਾਬਾ ਸ਼ਾਮ ਸਿੰਘ ਜੀ ਹੋਰਾਂ ਨੂੰ। ਉਦੋਂ 36 ਜਗ੍ਹਾ 'ਤੇ ਲੰਗਰ ਲਾਣੇ ਪਏ। 2000 ਬੋਰੀ ਆਟਾ ਰੋਜ਼ ਪੱਕਦਾ ਸੀ। 6.5 ਲੱਖ ਸੰਗਤ ਨੇ ਹਾਜ਼ਰੀ ਭਰੀ। 2 ਮਹੀਨੇ ਲੰਗਰ ਚੱਲਦਾ ਰਿਹਾ ਜਦੋਂ ਪਵਿੱਤਰ ਸਰੋਵਰ ਦੀ ਸੇਵਾ ਹੋਈ ਸੀ, ਕਿਉਂਕਿ ਚਾਅ ਬੜਾ ਹੁੰਦਾ ਹਰ ਕਿਸੇ ਦੇ ਅੰਦਰ ਸੇਵਾ ਦਾ। ਇੱਕ ਦਿਨ ਜਦੋਂ ਬਿਰਧ ਹੋ ਗਏ ਅਸਥਾਨ 'ਤੇ ਸਨ, ਅਤੇ ਕਈ ਵਾਰ ਬੈਠੇ ਬੈਠੇ ਕੁਝ ਪੀਣ ਲੱਗ ਪੈਣਾ। ਅੱਖਾਂ ਦੀ ਜੋਤ ਅਖੀਰਲੇ ਕੁਝ ਕੁ 3 ਕੁ ਸਾਲ ਇਹੋ ਜਿਹੇ ਸਨ ਜਦੋਂ ਚਲੀ ਗਈ। ਸੇਵਾਦਾਰ ਕਹਿੰਦੇ ਜੀ ਕੀ ਪੀ ਰਹੇ ਹੋ? ਕਹਿੰਦੇ ਅੰਮ੍ਰਿਤ ਸਰੋਵਰ ਦਾ ਜਲ ਪੀ ਰਿਹਾ। ਜੀ ਤੁਸੀਂ ਤਾਂ ਮੰਜੇ 'ਤੇ ਬੈਠੇ ਹੋ। ਨਹੀਂ, ਮੈਂ ਤਾਂ ਜਲ ਪੀ ਰਿਹਾ ਸਰੋਵਰ ਵਿੱਚੋਂ। ਸੁਰਤੀ ਨਾਲ ਹੀ ਉਹ ਪੀ ਰਹੇ ਨੇ। ਪਿਆਰਿਓ, ਮੇਰੇ ਕਹਿਣ ਤੋਂ ਮੁਰਾਦ ਮਹਾਰਾਜ ਜੀ ਦੀ ਕਿਰਪਾ ਨਾਲ ਸਿੱਖ ਪੰਥ ਦੇ ਅੰਦਰ ਇੱਕ ਤੋਂ ਇੱਕ ਚੜ੍ਹੰਦੀਆਂ ਸਤਿਪੁਰਸ਼ ਸਤਿਗੁਰੂ ਜੀ ਨੇ ਪੈਦਾ ਕੀਤੇ ਨੇ, ਜਿਨ੍ਹਾਂ ਵੱਖ-ਵੱਖ ਰੋਲ ਅਦਾ ਕੀਤਾ। ਸੰਤ ਬਾਬਾ ਸ਼ਾਮ ਸਿੰਘ ਜੀ ਨੇ ਧੰਨ ਗੁਰੂ ਰਾਮਦਾਸ ਪਿਤਾ ਤੋਂ ਬਖਸ਼ਾਂ ਲੈ ਕੇ ਉਹਨਾਂ ਬਖਸ਼ਾਂ ਦਾ ਹੀ ਪ੍ਰਗਟਾਵਾ ਕਰਦੇ ਹੋਏ 16 ਅਪ੍ਰੈਲ 1926 ਨੂੰ ਬੁਖਾਰ ਚੜ੍ਹਦਾ ਹੈ। 23 ਅਪ੍ਰੈਲ 1926 ਨੂੰ ਸ਼ਾਮ ਨੂੰ ਕਹਿਣ ਲੱਗੇ ਵੀ ਲਓ ਹੁਣ ਜਪਜੀ ਸਾਹਿਬ ਦਾ ਪਾਠ ਕਰੋ। ਪਾਠ ਕਰਕੇ ਲੇਟੇ ਹੋਏ ਨੇ। 9:30 ਵਜੇ ਉਹ ਜਦੋਂ ਪਾਠ ਸੰਪੂਰਨ ਹੁੰਦਾ ਹੈ ਅਤੇ ਚੋਲਾ ਬਦਲ ਜਾਂਦੇ ਨੇ। 1803 ਤੋਂ ਲੈ ਕੇ 1926 ਤੱਕ 23 ਅਪ੍ਰੈਲ ਤੱਕ ਸਤਿਗੁਰੂ ਪਰਮੇਸ਼ਰ ਨੇ ਉਹਨਾਂ ਨੂੰ ਇਹ ਚੋਲਾ ਬਖਸ਼ਿਆ। ਅੱਤ ਦੀ ਗਰੀਬੀ ਤੋਂ ਸ਼ੁਰੂ ਹੋਏ ਅਤੇ ਕਿੱਥੇ ਵੱਡੇ ਵੱਡੇ ਕਹਿੰਦੇ ਕਵੰਦ ਮਹਾਰਾਜੇ ਵੀ ਉਹਨਾਂ ਦੀ ਸੰਗਤ ਕਰਨੀ ਆਪਣੇ ਧਨ ਭਾਗ ਸਮਝਦੇ ਸਨ। ਉਹ ਸਾਰੀਆਂ ਬਖਸ਼ਾਂ ਗੁਰੂ ਸ਼ਬਦ ਦੀਆਂ, ਗੁਰਬਾਣੀ ਦੀਆਂ, ਕੀਰਤਨ ਦੀਆਂ, ਗੁਰੂ ਰਾਮਦਾਸ ਪਿਤਾ ਜੀ ਦੀਆਂ ਨੇ। ਇਹੋ ਜਿਹੇ ਪਿਆਰਿਆਂ ਨੂੰ ਸਾਡੀ ਸਦਾ ਹੀ ਨਮਸਕਾਰ ਹੋਵੇ ਅਤੇ ਸਦਾ ਹੀ ਰੰਗ ਰਤਿਆਂ ਦੀ ਸਾਨੂੰ ਸੰਗਤ ਮਿਲਦੀ ਰਹੇ ਜੀ। ਇੰਨੇ ਬਚਨ ਪ੍ਰਵਾਨ ਕਰਨੇ, ਭੁੱਲ ਚੁੱਕ ਦੀ ਖਿਮਾ ਕਰਨੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।